ਐਂਡ ਸਾਨੂੰ ਪਤਾ ਕਿ ਜਦੋਂ 1970s 'ਚ ਕੈਨੇਡਾ 'ਚ ਇਨਫਲੇਸ਼ਨ ਇੰਨੀ ਜ਼ਿਆਦਾ ਵੱਧ ਗਈ ਸੀ ਤਾਂ ਜਿਹੜੇ ਲੋਕ ਨੇ, ਆਪਣੀ ਆਵਾਮ ਆ, ਉਹਨਾਂ ਦਾ ਟਰਸਟ ਗਵਰਨਮੈਂਟ ਤੋਂ, ਬੈਂਕ ਆਫ ਕੈਨੇਡਾ ਤੋਂ ਉੱਠ ਗਿਆ। ਜਿਵੇਂ ਹੁਣ ਪੀਅਰ ਜੀ ਕਹਿ ਕੇ ਗਏ ਨੇ ਕਿ ਕਾਰਬਨ ਟੈਕਸ ਐਕਚੁਅਲੀ ਆਮ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਇਨਵਾਇਰਮੈਂਟ 'ਚ ਗਲੋਬਲੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਉਹਨੂੰ ਤਾਂ ਆਪਣੀ ਬੇਸਿਕ ਨੈਸੈਸਿਟੀਜ਼ ਤੱਕ ਮਤਲਬ ਆ। ਆਪਾਂ ਨੂੰ ਪਤਾ ਕਿ ਕੋਵਿਡ 'ਚ ਬਹੁਤ ਪੈਸੇ ਵੰਡੇ ਗਏ ਨੇ ਐਂਡ ਇਹ ਗਵਰਨਮੈਂਟ ਨੇ ਆਪ ਕਿਹਾ ਕਿ ਅਸੀਂ ਓਵਰਪੇ ਕੀਤਾ ਐਂਡ ਸਾਡੇ ਕੋਲ ਉਹ ਪੈਸੇ ਰਿਕਵਰ ਕਰਨ ਦਾ ਕੋਈ ਤਰੀਕਾ ਨਹੀਂ ਹੈਗਾ, ਜਾਂ ਅਗਰ ਤਰੀਕਾ ਹੈ ਤਾਂ ਸਾਨੂੰ ਬਹੁਤ ਟਾਈਮ ਲੱਗ ਜਾਣਾ। ਆ ਚੜਾ ਇਕੋਨਮੀ ਦੇਖ ਰਹੀ ਹੈ ਉਸ ਪੱਖ ਤੋਂ, ਅਤੇ ਕੈਨੇਡਾ ਦੇ ਜਿਹੜਾ ਇਤਿਹਾਸ ਹੈ ਉਹਦੇ 'ਚ ਹੋਰ ਕਈ ਪੱਖਾਂ ਤੋਂ ਬੜਾ ਇੰਪੋਰਟੈਂਟ ਸਾਲ ਹੈ। ਅਤੇ ਇਸ ਸਾਲ ਦੀਆਂ ਕੁਛ ਮੇਜਰ ਜਿਹੜੀਆਂ ਡਿਵੈਲਪਮੈਂਟਸ ਨੇ, ਖਾਸ ਕਰਕੇ ਜਿਹੜੀਆਂ ਗਵਰਨਮੈਂਟ ਦੇ ਪੱਖ ਤੋਂ, ਇਕੋਨਮੀ ਦੇ ਪੱਖ ਤੋਂ, ਉਹਨਾਂ ਬਾਰੇ ਅਸੀਂ ਗੱਲਬਾਤ ਕਰਾਂਗੇ। ਅਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੀਨਾਕਸ਼ੀ ਨੇ, ਕੋਮੈਂਟੇਟਰ ਨੇ ਔਰ ਲਗਾਤਾਰ ਪੋਲੀਟੀਕਲ ਇਸ਼ੂ ਦੇ ਉੱਤੇ, ਇਕੋਨਮੀ ਦੇ ਇਸ਼ੂ ਦੇ ਉੱਤੇ, ਐਡਮਿਨਿਸਟ੍ਰੇਸ਼ਨ ਦੇ ਇਸ਼ੂ ਦੇ ਉੱਤੇ ਕੌਮੈਂਟ ਕਰਦੇ ਨੇ। ਅਤੇ ਸਾਡੇ ਨਾਲ ਕੁਛ ਜਿਹੜੇ ਇਸ਼ੂਜ਼ ਨੇ ਉਹਨਾਂ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ ਅਤੇ ਸਾਡੇ ਨਾਲ ਸਟੂਡੀਓ 'ਚ ਨੇ। ਅਤੇ ਕਿਸ ਤਰ੍ਹਾਂ ਜੀ? ਬਿਲਕੁਲ ਠੀਕ ਠਾਕ ਹੈ। ਹਾਂਜੀ, ਐਂਡ ਆਫ ਈਅਰ ਰਿਪੋਰਟ ਕਾਰਡ ਦਾ ਟਾਈਮ ਹੋ ਗਿਆ ਗਵਰਨਮੈਂਟਸ ਦੀ ਰਿਪੋਰਟ ਕਾਰਡ ਦੇਣ ਦਾ। ਪਹਿਲਾਂ ਆਪਾਂ ਜਿਹੜੇ ਕਿਉਂਕਿ ਇਸ ਸਾਲ ਦੇ ਜਿਹੜੇ ਪਰਸਨ ਆਫ ਦਾ ਈਅਰ ਜੇ ਕਹਿਣਾ ਹੋਵੇ ਤਾਂ ਬੈਂਕ ਆਫ ਕੈਨੇਡਾ ਦੇ ਗਵਰਨਰ ਜਨਰਲ ਨੇ। ਨੋ ਡਾਊਟ, ਉਹ ਆਈ ਥਿੰਕ ਅਨਕੰਟੈਸਟਡਲੀ ਪਰਸਨ ਆਫ ਦਾ ਈਅਰ ਨੇ। ਅਤੇ ਉਹਨਾਂ ਦੀ ਇਸ ਕਰਕੇ ਸਟੇਟਮੈਂਟ ਨਾਲ ਸ਼ੁਰੂ ਕਰਦੇ ਹਾਂ, ਕਿਉਂਕਿ ਮੇਰਾ ਖਿਆਲ ਹੈ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਕੋਈ ਸਾਡਾ ਕੰਸਰਨ ਹੈ ਉਹ ਜੋ ਕੁਛ ਉਹਨਾਂ ਕੋਲੋਂ ਆ ਰਿਹਾ ਉਹਦੇ ਨਾਲ ਜੁੜਿਆ ਹੋਇਆ। ਹਾਂਜੀ ਬਿਲਕੁਲ। ਪਿਛਲੇ ਫਰਾਈਡੇ ਦਸੰਬਰ 15 ਨੂੰ ਉਹਨਾਂ ਨੇ ਟੋਰਾਂਟੋ ਕਲੱਬ ਦੇ ਵਿੱਚ ਇੱਕ ਸਪੀਚ ਦਿੱਤੀ। ਕਾਈਂਡ ਆਫ ਐਂਡ ਆਫ ਈਅਰ ਰਿਵਿਊ ਸੀਗਾ ਉਹ ਸਪੀਚ ਦੇ ਟੋਨ ਜਿਸ ਤਰ੍ਹਾਂ ਸੀਗੀ। ਅਤੇ ਉਹਨਾਂ ਨੇ ਕੀ ਚੀਜ਼ਾਂ ਜਿਹੜੀਆਂ ਕੀ ਹਾਈਲਾਈਟਸ ਨੇ ਆਪਣੀ ਕੈਨੇਡੀਅਨ ਇਕੋਨਮੀ ਬਾਰੇ, ਕਿ 2023 ਦੇ ਵਿੱਚ ਕੀ ਹੋਇਆ, ਅਤੇ ਕਾਈਂਡ ਆਫ ਵੈਰੀ ਵੇਗ ਐਂਡ ਬਰੋਡਲੀ ਸਟੇਟਡ ਫੋਰਕਾਸਟ, ਜਿਵੇਂ ਕਹਿ ਸਕਦੇ ਹਾਂ ਆਪਣੀ ਇਕਨੋਮਿਕ ਫੋਰਕਾਸਟ 2024 ਐਂਡ 2025 ਤੱਕ ਵੀ ਉਹ ਪਹੁੰਚੇ ਆਪਣੀ ਇਸ ਗੱਲਬਾਤ ਦੇ ਵਿੱਚ, ਆਪਣੀ ਸਪੀਚ ਦੇ ਵਿੱਚ। ਸੋ ਉਹਨਾਂ ਨੇ ਉਹ ਦਿੱਤੀ ਅਤੇ ਬਰੋਡਲੀ ਉਹਨਾਂ ਨੇ 3 ਕੈਟੇਗਰੀਜ਼ 'ਚ ਆਪਣੀ ਸਪੀਚ ਨੂੰ ਰਾਊਂਡ ਆਫ ਕੀਤਾ। ਪਹਿਲਾਂ ਤਾਂ ਕਹਿੰਦੇ ਵੀ ਜਿਹੜਾ 2023 ਸੀਗਾ ਆਪਣੇ ਲਈ ਬਹੁਤ ਇਹ ਟ੍ਰਾਂਜ਼ੀਸ਼ਨ ਵਾਲਾ ਈਅਰ ਸੀਗਾ, ਕਾਫੀ ਮਤਲਬ ਚੇਂਜਸ ਆ ਰਹੀਆਂ ਸੀ ਇਕਨੋਮਿਕ ਫਰੰਟ ਤੋਂ। ਇਹਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਵਾ ਕਿ ਜਿਵੇਂ ਆਪਣੇ ਜਸਟ ਥੋੜ੍ਹੀ ਦੇਰ ਪਹਿਲਾਂ ਤੁਸੀਂ ਇੰਟਰਵਿਊ ਲੈ ਰਹੇ ਸੀ ਪੀਅਰ ਜੀ ਦੀ, ਉਹ ਵੀ ਕਹਿ ਰਹੇ ਸੀ ਵੀ ਅਨਪ੍ਰੈਸੀਡੈਂਟਡ ਆਪਣੇ ਇੰਟਰਸਟ ਰੇਟ ਇੰਨੇ ਸ਼ਾਰਟ ਪੀਰੀਅਡ 'ਚ ਵਧੇ ਨੇ। ਨਾਟ ਦੈਟ ਕਿ ਇੰਨੇ ਇੰਟਰਸਟ ਰੇਟ ਕਦੇ ਕੈਨੇਡਾ 'ਚ ਸੀਗੇ ਨਹੀਂ, ਬਟ ਇੰਨੀ ਛੇਤੀ ਐਵਰੀ ਕੁਆਟਰ ਇੰਨੀ ਜਲਦੀ ਇੰਟਰਸਟ ਰੇਟ ਪਹਿਲੀ ਵਾਰ ਵਧੇ ਨੇ। ਐਂਡ ਇਹ ਅਨਪ੍ਰੈਸੀਡੈਂਟਡ ਸੀ ਐਂਡ ਇਹ ਇੱਕ ਮੇਜਰ ਟ੍ਰਾਂਜੈਕਸ਼ਨ ਸੀ, ਸ਼ਿਫਟ ਸੀ। ਐਂਡ ਜਿਹੜੇ ਆਪਣੇ ਗਵਰਨਰ ਨੇ ਬੈਂਕ ਆਫ ਕੈਨੇਡਾ ਦੇ, ਉਹ ਵੀ ਐਗਰੀ ਕਰਦੇ ਨੇ ਵੀ ਇਹ ਸਾਨੂੰ ਕਰਨਾ ਜ਼ਰੂਰੀ ਵੀ ਸੀ। ਸੋ ਆਪਣੇ ਸਪੀਚ 'ਚ ਉਹਨਾਂ ਨੇ ਜਸਟੀਫਾਈ ਕੀਤਾ ਕਿ ਪੋਸਟ ਕੋਵਿਡ ਜਿਹੜਾ ਮਾਹੌਲ ਬਣ ਗਿਆ ਆਪਣੀ ਗਲੋਬਲ ਇਕੋਨਮੀ ਦਾ, ਲਾਰਜਲੀ ਗਲੋਬਲ ਫੈਕਟਰਸ ਕਰਕੇ, ਸਪਲਾਈ ਚੇਨ ਦੀਆਂ ਡਿਸਟਰਪਸ਼ਨਸ ਹੋਈਆਂ, ਆਪਾਂ ਨੂੰ ਪਤਾ ਵਾ, ਵਾਰਸ ਲੱਗ ਗਈਆਂ ਜਿਹੜੀਆਂ ਆਪਾਂ ਨੂੰ ਐਕਸਪੈਕਟਡ ਜਾਂ ਐਂਟੀਸਿਪੇਟਡ ਨਹੀਂ ਸੀਗੀਆਂ, ਜਿਹਦੇ ਕਰਕੇ ਕਿ ਇਕਨੋਮਿਕ ਐਮਬਾਰਗੋਜ਼ ਹੋਏ ਕੁਛ ਕੰਟਰੀਜ਼ 'ਤੇ, ਪਰਟੀਕੂਲਰਲੀ ਰਸ਼ੀਆ 'ਤੇ। ਉਹਦੇ ਕਰਕੇ ਜਿਹੜੀ ਐਨਰਜੀ ਦੀ ਰਿਲਾਇੰਸ ਆ ਯੂਰਪੀਅਨ ਯੂਨੀਅਨ ਦੀ, ਉਹ ਸ਼ਿਫਟ ਹੋ ਗਈ ਐਂਡ ਇਕੋਨਮੀ ਗ੍ਰੈਜੂਅਲੀ ਸਲੋ ਹੋਣ ਲੱਗ ਗਈ। ਇੱਧਰੋਂ ਆਪਣੇ ਸਾਊਥ ਆਫ ਦ ਬਾਰਡਰ ਯੂਨਾਈਟਿਡ ਸਟੇਟਸ 'ਚ ਵੀ ਆਪਾਂ ਦੇਖਿਆ ਕਿ ਪੋਲੀਟੀਕਲੀ ਕੋਈ ਬਹੁਤ ਜ਼ਿਆਦਾ ਵਧੀਆ ਸਾਲ ਨਹੀਂ ਰਿਹਾ। ਐਂਡ ਉੱਥੇ ਵੀ ਬਿਕੋਜ਼ ਆਫ ਸਪਲਾਈ ਚੇਨਸ ਐਂਡ ਅਦਰ ਗਲੋਬਲ ਡਿਵੈਲਪਮੈਂਟਸ ਇਨਫਲੇਸ਼ਨਸ ਬਹੁਤ ਜ਼ਿਆਦਾ ਵੱਧਣੀ ਸ਼ੁਰੂ ਹੋ ਗਈ। ਐਂਡ ਇਨਫੈਕਟ ਆਪਾਂ ਆਪ ਸਾਰਿਆਂ ਨੇ ਇਸ ਚੀਜ਼ ਨੂੰ ਫਸਟ ਹੈਂਡ ਐਕਸਪੀਰੀਅੰਸ ਕੀਤਾ। ਗਰੋਸਰੀਜ਼ ਦੇ ਰੇਟ ਕਿੰਨੇ ਜ਼ਿਆਦਾ ਵੱਧ ਗਏ। ਆਪਾਂ ਮੰਥਲੀ ਆਪਾਂ ਆਪਣੇ ਦੇਖਦੇ ਹਾਂ, ਈਵਨ ਨਾਓ ਹਜੇ ਵੀ ਕਾਫੀ ਫਰਕ ਹੈ। ਐਂਡ ਇੱਕ ਕਾਮਨ ਕੈਨੇਡੀਅਨ ਨੂੰ ਇਹ ਚੀਜ਼ਾਂ ਹਰਟ ਕਰਦੀਆਂ ਨੇ, ਕਿਉਂਕਿ ਰੋਟੀ ਕੱਪੜਾ ਮਕਾਨ ਬੇਸਿਕ ਨੈਸੈਸਿਟੀਜ਼ ਨੇ। ਐਂਡ ਆਪਣੇ ਗਵਰਨਰ ਨੇ ਇਹ ਚੀਜ਼ ਐਡਮਿਟ ਕੀਤੀ ਕਿ ਯੈਸ ਇਹ ਈਅਰ ਆਫ ਟ੍ਰਾਂਜੈਕਸ਼ਨ ਸੀ ਅਤੇ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ। ਐਂਡ ਉਹਨਾਂ ਨੇ ਬਹੁਤ ਥੋਟਫੁਲੀ ਆਪਣੀ ਸਪੀਚ 'ਚ ਕਿਹਾ ਕਿ ਇਨਫਲੇਸ਼ਨ ਇੰਨੀ ਜ਼ਿਆਦਾ ਵੱਧ ਗਈ ਜੋ 1970s 'ਚ ਸੀ। ਐਂਡ ਸਾਨੂੰ ਪਤਾ ਕਿ ਜਦੋਂ 1970s 'ਚ ਕੈਨੇਡਾ 'ਚ ਇਨਫਲੇਸ਼ਨ ਇੰਨੀ ਜ਼ਿਆਦਾ ਵੱਧ ਗਈ ਸੀ ਤਾਂ ਜਿਹੜੇ ਲੋਕ ਨੇ, ਆਪਣੀ ਆਵਾਮ ਆ, ਉਹਨਾਂ ਦਾ ਟਰਸਟ ਗਵਰਨਮੈਂਟ ਤੋਂ, ਬੈਂਕ ਆਫ ਕੈਨੇਡਾ ਤੋਂ ਉੱਠ ਗਿਆ। ਐਂਡ 1970s ਤੋਂ ਬਾਅਦ ਇਹਨਾਂ ਨੇ ਕਾਫੀ ਮੇਜਰ ਪੋਲਿਸੀ 'ਚ ਚੇਂਜਸ ਕਰਨੀਆਂ ਸ਼ੁਰੂ ਕੀਤੀਆਂ, ਸਪੈਸ਼ਲੀ ਗਵਰਨਰਸ ਆਫ ਬੈਂਕ ਆਫ ਕੈਨੇਡਾ ਨੇ। ਐਂਡ ਉਹ ਕਹਿੰਦੇ ਵੀ ਅਸੀਂ ਉਹ ਮੋਮੈਂਟਮ ਨੂੰ ਕੰਟੀਨਿਊ ਰੱਖਣਾ,
ਅਸੀਂ ਬਹੁਤ ਰਿਸਕ ਅਵਰਸ ਹਾਂ, ਯਾਨੀ ਕਿ ਅਸੀਂ ਬਹੁਤ ਬਚਾ ਕੇ ਚੱਲਣ ਵਾਲੀ ਬੈਂਕ ਹਾਂ, ਅਤੇ ਅਸੀਂ ਨਹੀਂ ਚਾਹੁੰਦੇ ਕਿ ਇਸ ਚੀਜ਼ ਦਾ ਰਿਪਲ ਇਫੈਕਟ ਸਾਡੀ ਜਿਹੜੀ ਆਮ ਜਨਤਾ ਉਹ 'ਤੇ ਹੋਵੇ ਇਸ ਲੈਵਲ ਤੱਕ ਕਿ ਆਪਣੀ ਕੰਟਰੀ ਨੂੰ ਇੰਨੀ ਜ਼ਿਆਦਾ ਹਾਈ ਇਨਫਲੇਸ਼ਨ ਦਾ ਸਾਹਮਣਾ ਕਰਨਾ ਪਵੇ ਕਿ ਆਪਾਂ ਸਸਟੇਨ ਨਾ ਕਰ ਸਕੀਏ, ਇਕਨੋਮਿਕਲੀ ਵਾਇਬਲ ਕੰਟਰੀ ਨਾ ਰਹਿ ਸਕੀਏ। ਸੋ ਇਹ ਉਹਨਾਂ ਨੇ ਆਪਣੇ ਫਸਟ ਪਾਰਟ ਆਫ ਸਪੀਚ ਵਿੱਚ ਉਹਨਾਂ ਨੇ ਇਹ ਗੱਲਬਾਤ ਕੀਤੀ। ਓਕੇ, ਅਤੇ ਉਹਨਾਂ ਦੇ ਜਿਹੜਾ ਹੁਣ ਸਪੀਚ 'ਚੋਂ ਤੁਹਾਨੂੰ ਕੁਛ ਈਅਰ ਜਿਹੜਾ ਹੈ 2024 ਨੈਕਸਟ ਈਅਰ, ਇਹਦੇ ਬਾਰੇ ਵੀ ਕੋਈ ਹਿੰਟ ਮਿਲਦਾ ਕਿ ਕੀ ਡਾਇਰੈਕਸ਼ਨ ਹੋ ਸਕਦੀ ਹੈ? ਹਾਂਜੀ, ਇਕੋਨਮੀ ਦੀ ਜਾਂ ਉਹਨਾਂ ਦੀਆਂ ਪੋਲਿਸੀਜ਼ ਦੀ? ਬਿਲਕੁਲ। ਸੋ ਉਹਨਾਂ ਨੇ ਅੱਗੇ ਆਪਣੀ ਸਪੀਚ ਕਿਹਾ ਵੀ ਆਪਾਂ ਕੀ ਲੈਸਨਸ ਲਰਨ ਕੀਤਾ ਹੈ 2023 ਦੇ ਵਿੱਚ। ਉਹਨਾਂ ਨੇ ਕੀ ਹਾਈਲਾਈਟਸ ਕੀਤੇ ਕਿ ਦੇਖੋ ਆਪਣੇ ਜਿਹੜੀਆਂ ਕਾਸਟ ਆਫ ਲਿਵਿੰਗ ਆ ਉਹ ਵੱਧ ਗਈ, ਹਾਊਸਿੰਗ ਵੱਧ ਗਈ ਇਨਫਲੇਸ਼ਨ ਕਰਕੇ ਓਬਵੀਅਸਲੀ, ਐਂਡ ਫੂਡ ਇਜ਼ ਅ ਮੇਜਰ ਐਕਸਪੈਂਸ ਆਫਟਰ ਹਾਊਸਿੰਗ, ਜਿਹੜਾ ਆਪਾਂ ਡੇ ਟੂ ਡੇ ਐਕਸਪੀਰੀਅੰਸ ਕਰਦੇ ਹਾਂ। ਆਪਣੇ ਐਨਰਜੀ ਦੀ ਕਾਸਟਸ ਵੱਧ ਗਈਆਂ। ਐਂਡ ਹੋਰ ਉਹਨਾਂ ਨੇ ਬਹੁਤ ਇੱਕ ਇੰਟਰਸਟਿੰਗ ਕੌਮੈਂਟ ਜਿਹੜਾ ਲਿਆ, ਐਂਡ ਵਿਚ ਮਤਲਬ ਤੁਸੀਂ ਸੋਚ ਸਕਦੇ ਹੋ ਵੀ ਇਹ ਪੋਲੀਟੀਕਲੀ ਮੋਟੀਵੇਟਡ ਸੀਗਾ ਜਾਂ ਨਹੀਂ, ਬਿਕਾਜ਼ ਬਾਈ ਦ ਪੋਜੀਸ਼ਨ ਹੀ ਹੋਲਡਸ ਉਹਨਾਂ ਨੇ ਨਿਊਟਰਲ ਰਹਿਣਾ ਹੈ। ਪਰ ਉਹਨਾਂ ਨੇ ਇੱਕ ਬਹੁਤ ਇੰਟਰਸਟਿੰਗ ਚੀਜ਼ ਕਹੀ ਵੀ ਜਿਹੜੀਆਂ ਅਨਐਕਸਪੈਕਟਡ ਨੈਚੁਰਲ ਕੈਲਾਮਿਟੀਜ਼ ਹੁੰਦੀਆਂ ਨੇ ਕੈਨੇਡਾ 'ਚ, ਜਿਵੇਂ ਇਨਵਾਇਰਮੈਂਟਲ ਰਿਲੇਟਡ ਆਪਾਂ ਨੂੰ ਪਤਾ ਕਿ ਫੋਰੈਸਟ ਫਾਇਰਸ ਨੇ, ਐਂਡ ਆਪਾਂ ਨੂੰ ਪਤਾ ਕਿ ਪਿਛਲੇ 3-4 ਸਾਲਾਂ 'ਚ ਆਲਮੋਸਟ ਐਵਰੀ ਈਅਰ ਵੈਨਕੂਵਰ ਏਰੀਆ 'ਚ, ਆਪਣੇ ਐਲਬਰਟਾ ਏਰੀਆ 'ਚ ਮੇਜਰ ਫੋਰੈਸਟ ਫਾਇਰਸ ਰਹੀਆਂ ਨੇ, ਐਂਡ ਉਹਦੇ ਕਰਕੇ ਆਪਣੀ ਇੰਸ਼ੋਰੈਂਸਿਸ ਨੇ, ਜਿਹੜੇ ਇੰਸ਼ੋਰਰਸ ਨੇ ਉਹਨਾਂ ਨੂੰ ਬਿਗ ਪੇ ਆਊਟਸ ਦੇਣੇ ਪਏ ਨੇ, ਰਾਈਟ। ਐਂਡ ਉਸ ਚੀਜ਼ ਦਾ ਗਲੋਬਲੀ ਆਪਾਂ ਜੇ ਦੇਖੀਏ, ਗਲੋਬਲੀ ਵੈਨ ਆਈ ਸੇ ਵੀ ਕੈਨੇਡਾ ਵਾਈਡ ਜਿਹੜੇ ਇੰਸ਼ੋਰਰਸ ਨੇ ਉਹਨਾਂ 'ਤੇ ਇਫੈਕਟ ਪੈਂਦਾ, ਕਿਉਂਕਿ ਉਹਨਾਂ ਨੂੰ ਹੁਣ ਸਡਨਲੀ ਇੰਸ਼ੋਰਡ ਨੂੰ ਜ਼ਿਆਦਾ ਪੈਸੇ ਦੇਣੇ ਪੈ ਰਹੇ ਆ, ਵੇਅਰਐਜ਼ ਉਹਨਾਂ ਦਾ ਰੈਵਨਿਊ ਅਤੇ ਉਹ ਆਪਣਾ ਪ੍ਰੋਫਿਟ ਬਹੁਤ ਜ਼ਿਆਦਾ ਹਾਈ ਬੁੱਕ ਕਰ ਰਹੇ ਸੀਗੇ, ਰਾਈਟ। ਸੋ ਪੋਸਟ ਕੋਵਿਡ ਐਂਡ ਦੈਨ ਨੈਚੁਰਲ ਕੈਲਾਮਿਟੀਜ਼, ਉਹ 'ਚ ਕੋਵਿਡ ਵੀ ਆ ਜਾਂਦਾ। ਆਈ ਥਿੰਕ ਉਹਨਾਂ ਨੇ ਇੱਕ ਕੌਮੈਂਟ ਉਹ ਜਿਹੜਾ ਦਿੱਤਾ ਅਤੇ ਮੈਨੂੰ ਬਹੁਤ ਇੰਟਰਸਟਿੰਗ ਲੱਗਿਆ ਕਿ ਉਹ ਜਿਹੜੀ ਨੈਚੁਰਲ ਕੈਲਾਮਿਟੀਜ਼ ਕਰਕੇ ਅਨਐਕਸਪੈਕਟਡ ਚੀਜ਼ਾਂ ਹੋਈਆਂ ਕੈਨੇਡਾ 'ਚ, ਮੇ ਬੀ ਉਸ ਦਾ ਵੀ ਇਕੋਨਮੀ 'ਚ ਸ਼ਿਫਟ ਹੋਇਆ। ਹੁਣ ਦੇਖੋ ਆਪਾਂ ਕਾਰ ਦੀਆਂ ਇੰਸ਼ੋਰੈਂਸਿਸ ਦੀਆਂ, ਘਰਾਂ ਦੀਆਂ ਇੰਸ਼ੋਰੈਂਸਿਸ ਦੀਆਂ, ਆਪਣੀ ਹੈਲਥ ਕੇਅਰ ਦੀਆਂ ਇੰਸ਼ੋਰੈਂਸਿਸ ਦੀਆਂ ਜ਼ਿਆਦਾ ਪ੍ਰਾਈਸਿਸ ਦੇ ਰਹੇ ਹਾਂ, ਸਪੈਸ਼ਲੀ ਜਿਹੜੇ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਲੈ ਰਹੇ ਨੇ। ਐਂਡ ਇਹ ਇਟ ਇਜ਼ ਅ ਰਿਪਲ ਇਫੈਕਟ, ਕਿਉਂਕਿ ਜਦੋਂ ਇੱਕ ਪ੍ਰੋਫਿਟ ਬੇਸਡ ਇੰਡਸਟਰੀ ਜ਼ਿਆਦਾ ਪੇ ਆਊਟ ਕਰੂਗੀ ਕਿਸੇ ਚੀਜ਼ ਵਾਸਤੇ, ਉਹ ਚੀਜ਼ ਤੁਹਾਨੂੰ ਬੈਕਫਾਇਰ ਕਰੇਗੀ। ਅਤੇ ਉਹ ਕਹਿ ਰਹੇ ਨੇ ਕਿ ਹੁਣ ਇਹ ਚੀਜ਼ ਕੀ ਅੱਗੇ ਚੱਲਦੀ ਰਹੂਗੀ। ਆਪਣੀ ਜਿਹੜੀਆਂ ਗਵਰਨਮੈਂਟ ਦੀਆਂ ਪੋਲਿਸੀਜ਼ ਨੇ, ਹੁਣ ਵੀ ਨੋ ਦੈਟ ਕਿ ਟਰੂਡੋ ਗਵਰਨਮੈਂਟ ਬਹੁਤ ਪ੍ਰੋ ਇਨਵਾਇਰਮੈਂਟ ਹੈ, ਕਾਰਬਨ ਟੈਕਸ ਵੀ ਆਲ ਨੋ, ਐਟਲੀਸਟ ਉਹ ਆਪਾਂ ਨੂੰ ਇਹ ਪਿਚ ਕਰ ਰਹੇ ਨੇ ਕਿ ਕਾਰਬਨ ਟੈਕਸ ਇਜ਼ ਆਰ ਕੰਟਰੀਬਿਊਸ਼ਨ to the globe by implementing this carbon tax। ਅਸੀਂ ਆਪਣਾ ਕਾਰਬਨ ਫੁੱਟਪ੍ਰਿੰਟ ਘਟਾ ਰਹੇ ਹਾਂ। ਕੀ ਉਹ ਵਾਕਈ ਟਰੂ ਹੈ? ਆਈ ਥਿੰਕ ਉਹ ਦੈਟ ਇਜ਼ ਵਰਦੀ ਆਫ ਸੈਪਰੇਟ ਡਿਸਕਸ਼ਨ। ਜਿਵੇਂ ਹੁਣ ਪੀਅਰ ਜੀ ਕਹਿ ਕੇ ਗਏ ਨੇ ਕਿ ਕਾਰਬਨ ਟੈਕਸ ਐਕਚੁਅਲੀ ਆਮ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਇਨਵਾਇਰਮੈਂਟ 'ਚ ਗਲੋਬਲੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਉਹਨੂੰ ਤਾਂ ਆਪਣੀ ਬੇਸਿਕ ਨੈਸੈਸਿਟੀਜ਼ ਤੱਕ ਮਤਲਬ ਆ। ਮੇਰੇ ਘਰ ਦੇ ਬਿੱਲ ਕਿੰਨੇ ਜਾ ਰਹੇ ਨੇ, ਮੈਂ ਅਰਨ ਕਿੰਨਾ ਕਰ ਰਿਹਾ ਜਾਂ ਕਰ ਰਹੀ ਹਾਂ, ਮੈਂ ਆਪਣੇ ਡੇ ਟੂ ਡੇ ਐਕਸਪੈਂਸਿਸ 'ਚ ਸਰਵਾਈਵ ਕਰ ਸਕਦਾ ਕਿ ਨਹੀਂ। ਜੇ ਆਪਾਂ ਬੇਸਿਕ ਕਹਿੰਦੇ ਨਾ, ਆਪਾਂ ਜੇ -B ਵਾਲੇ ਸਟੂਡੈਂਟ ਨਹੀਂ ਹੈਗੇ ਤਾਂ ਆਪਾਂ A+ ਵਾਲੇ ਸਟੂਡੈਂਟ ਨਹੀਂ ਬਣ ਸਕਦੇ, ਪਹਿਲਾਂ ਆਪਾਂ ਨੂੰ -B 'ਤੇ ਟਾਰਗੇਟ ਕਰਨਾ ਪਊਗਾ। ਸੋ ਇਨ ਅ ਵੇ ਹੀ ਵਾਜ਼ ਰਾਈਟ, ਪਰ ਅਗੇਨ ਉਹਨਾਂ ਦੀ ਜਿਹੜੀ ਉਹ ਗੱਲਾਂ ਸੀਗੀਆਂ ਕਿ ਉਹ ਸਿਰਫ ਸਾਊਂਡ ਬਾਈਟ ਸੀਗੀਆਂ, ਕਿ ਇਹਦੇ ਪਿੱਛੇ ਵਾਕਈ ਕੋਈ ਸੀਰੀਅਸ ਪੋਲਿਸੀ ਹੈ, ਕੋਈ ਥਿੰਕਿੰਗ ਹੈ, ਕੋਈ ਫਰੇਮਵਰਕ ਹੈ। ਦੈਟਸ ਵਾਟ ਵੀ ਹੈਵ ਟੂ ਅਸੈਸ। ਜਦੋਂ ਆਪਾਂ ਹੁਣ ਆਪਣੀਆਂ ਗਵਰਨਮੈਂਟਸ ਨੂੰ ਚੂਜ਼ ਕਰਨਾ, ਆਪਾਂ ਨੂੰ ਬਹੁਤ ਕੇਅਰਫੁਲੀ ਐਨਾਲਾਈਜ਼ ਕਰਨਾ ਪਊਗਾ, ਕਿਉਂਕਿ ਆਪਾਂ ਗੈਂਬਲ ਨਹੀਂ ਕਰ ਸਕਦੇ। ਆਪਾਂ ਬਹੁਤ ਇੱਕ ਇੰਟਰਸਟਿੰਗ ਸਿਚੁਏਸ਼ਨ 'ਚ ਖੜ੍ਹੇ ਹਾਂ ਐਜ਼ ਅ ਕੰਟਰੀ, ਐਜ਼ ਅ ਕਮਿਊਨਿਟੀ, ਅਤੇ ਇਹ ਕੋਈ ਲਾਈਟ ਚੀਜ਼ ਨਹੀਂ ਹੈਗੀ, ਲਾਈਟਲੀ ਲੈਣ ਵਾਲੀ ਚੀਜ਼ ਨਹੀਂ ਹੈ। ਬਿਲਕੁਲ, ਜਦੋਂ ਤੱਕ ਕੈਨੇਡੀਅਨ ਪੂਰਾ ਚੰਗੀ ਤਰ੍ਹਾਂ ਐਨਾਲਿਸਿਸ ਨਹੀਂ ਕਰਦੇ ਅਤੇ ਉਦੋਂ ਤੱਕ ਅਸੀਂ ਸਹੀ ਫੈਸਲੇ ਨਹੀਂ ਲੈ ਸਕਾਂਗੇ। ਅਤੇ ਜਿੱਥੋਂ ਤੱਕ ਗਵਰਨਮੈਂਟ ਦੇ ਰਿਵਿਊ ਦੀ ਗੱਲ ਹੈ, ਅਤੇ ਜਿਹੜਾ ਸਭ ਤੋਂ ਸੀਰੀਅਸ ਰਿਵਿਊ ਅਸੀਂ ਦੇਖਦੇ ਹਾਂ ਉਹ ਆਡੀਟਰ ਜਨਰਲ ਦੀ ਜਿਹੜੀ ਰਿਪੋਰਟ ਹੁੰਦੀ ਹੈ। ਹਾਂਜੀ। ਸੋ ਜੇ ਅਸੀਂ ਹੁਣ ਫੈਡਰਲ ਆਡੀਟਰ ਜਨਰਲ ਦੀ ਰਿਪੋਰਟ ਨਾਲ ਦੇਖੀਏ, ਉਹਦਾ ਜੋ ਰਿਵਿਊ ਹੈ ਉਹ ਕੀ ਕਹਿ ਰਿਹਾ? ਉਹਨਾਂ ਨੇ ਜਿਹੜਾ ਰਿਪੋਰਟ ਕਾਰਡ ਦਿੱਤਾ ਆਪਣੀ ਗਵਰਨਮੈਂਟ ਦਾ, ਉਹ ਵੀ ਕੋਈ ਬਹੁਤ ਵਧੀਆ ਨਹੀਂ ਹੈਗਾ। ਆਪਾਂ ਆਈ ਥਿੰਕ ਨਵੰਬਰ 'ਚ ਥੋੜ੍ਹੀ ਬਹੁਤ ਆਪਣੇ ਕੁਛ ਗੈਸਟਸ ਨੇ ਇਸ ਬਾਰੇ ਗੱਲਬਾਤ ਵੀ ਕੀਤੀ ਸੀ। ਆਪਾਂ ਨੂੰ ਪਤਾ ਕਿ ਕੋਵਿਡ 'ਚ ਬਹੁਤ ਪੈਸੇ ਵੰਡੇ ਗਏ ਨੇ, ਐਂਡ ਇਹ ਗਵਰਨਮੈਂਟ ਨੇ ਆਪ ਕਿਹਾ ਕਿ ਅਸੀਂ ਓਵਰ ਪੇ ਕੀਤਾ, ਐਂਡ ਸਾਡੇ ਕੋਲ ਉਹ ਪੈਸੇ ਰਿਕਵਰ ਕਰਨ ਦਾ ਕੋਈ ਤਰੀਕਾ ਨਹੀਂ ਹੈਗਾ, ਜਾਂ ਅਗਰ ਤਰੀਕਾ ਹੈ ਤਾਂ ਸਾਨੂੰ ਬਹੁਤ ਟਾਈਮ ਲੱਗ ਜਾਣਾ। ਐਂਡ ਹੁਣ ਉਹ ਆਡੀਟਰ ਜਨਰਲ ਨੇ ਕਨਫਰਮ ਕਰਤਾ, ਕੈਨੇਡਾ ਦੇ ਆਡੀਟਰ ਜਨਰਲ ਨੇ, ਕਿ ਯੈਸ ਓਵਰ ਪੇਮੈਂਟ ਹੋਈ ਆ। ਆਲਮੋਸਟ $13.8 ਬਿਲੀਅਨ
ਹਜੇ ਵੀ ਸਾਨੂੰ ਨਹੀਂ ਪਤਾ ਹੈਗਾ ਕਿ ਮਤਲਬ ਓਵਰਪੇ ਹੋਏ ਨੇ ਅਤੇ ਸਾਨੂੰ ਨਹੀਂ ਪਤਾ ਕਿ ਇਹ ਰਿਕਵਰ ਕਿੱਦਾਂ ਕਰਨੇ ਆ। ਸੋ ਜਿਹੜਾ ਆਪਣਾ ਉਹਨਾਂ ਨੇ ਦੂਸਰਾ ਬ੍ਰੈਕਟ ਦੱਸਿਆ ਸੀਗਾ ਵੀ ਪੋਸਟ ਕੋਵਿਡ ਜਿਹੜੀਆਂ ਸਮਾਲ ਬਿਜ਼ਨਸਿਸ ਨੂੰ ਦਿੱਤੇ ਸੀਗੇ, ਉਹ 'ਚ ਤਾਂ ਆਲਰੇਡੀ ਗਵਰਨਮੈਂਟ ਕਹਿ ਚੁੱਕੀ ਆ ਵੀ 33% ਅਸੀਂ ਫੋਰਗਿਵ ਕਰ ਦਾਂਗੇ ਅਗਰ ਤੁਸੀਂ 30th of December ਜਾਂ 31st of December ਇਸ ਸਾਲ ਤੱਕ ਵਾਪਸ ਕਰ ਦਿੰਦੇ ਹੋ। ਬਟ ਕੀ ਬਿਜ਼ਨਸਿਸ ਹਜੇ ਉਸ ਸਟੇਜ 'ਚ ਹੈਗੇ ਨੇ। ਹੁਣ ਜੇ ਦੇਖਿਆ ਜਾਵੇ 2022 ਮਾਰਚ ਦੇ ਵਿੱਚ ਓਨਟਾਰੀਓ ਦੇ ਵਿੱਚ ਫੋਰਡ ਗਵਰਨਮੈਂਟ ਨੇ ਅਨਾਊਂਸ ਕੀਤਾ ਸੀਗਾ ਕਿ ਆਪਾਂ ਹੁਣ ਵੀ ਆਰ ਰੈਡੀ ਫॉर ਬਿਜ਼ਨਸ, ਵੀ ਆਰ ਆਊਟ ਆਫ ਕੋਵਿਡ, ਐਂਡ ਬਾਏ ਸਮਰ ਆਫ ਲਾਸਟ ਈਅਰ ਐਕਚੁਅਲੀ ਉਹਨਾਂ ਨੇ ਕਿਹਾ ਸੀ ਵੀ ਹੁਣ ਆਪਾਂ ਜਿਹੜਾ ਐਮਰਜੈਂਸੀ ਐਕਟ ਆ ਉਹਨਾਂ ਨੂੰ ਆਪਾਂ ਵਿਡਰਾ ਕਰਦੇ ਹਾਂ। ਸੋ ਦੇਖਿਆ ਜਾਵੇ 2023 ਜਨਵਰੀ ਟੂ ਦਸੰਬਰ ਈਅਰ ਐਂਡ ਇਜ਼ ਦ ਫਸਟ ਈਅਰ ਵਿਚ ਇਜ਼ ਟੋਟਲੀ ਕੋਵਿਡ ਫ੍ਰੀ। So we are still under the shadow of COVID, if you ask me, ਪਰ ਇਹ ਸਿਰਫ ਰਿਪੋਰਟਸ ਹੀ ਨੇ। ਜੇ ਡਾਕਟਰਾਂ ਨੂੰ ਪੁੱਛੋ ਤਾਂ ਉਹ ਕਹਿੰਦੇ ਪਹਿਲਾਂ ਨਾਲੋਂ ਵੀ ਜ਼ਿਆਦਾ ਕੋਵਿਡ ਇਹਨਾਂ ਦੇ ਉਹ ਤਾਂ ਕਹਿ ਰਹੇ ਨੇ ਕਿ ਹੋਰ ਵੀ ਜ਼ਿਆਦਾ ਆਪਣੇ ਹਸਪੀਟਲਸ ਭਰ ਰਹੇ ਨੇ ਐਂਡ ਉਹਨਾਂ ਕੋਲ ਇਨਫ ਸਟਾਫ ਨਹੀਂ ਹੈਗਾ ਇਸ ਕ੍ਰਾਈਸਿਸ ਨੂੰ ਡੀਲ ਕਰਨ ਦਾ, ਕਿਉਂਕਿ ਹੁਣ ਦੇਖਿਆ ਜਾਵੇ ਕੋਈ ਆਪਣੇ ਮਾਸਕਿੰਗ ਦੀ ਫੈਸਿਲਿਟੀ ਨਹੀਂ ਹੈਗੀ। ਪੀਪਲ ਆਰ ਸਕੈਪਟੀਕਲ ਅਬਾਊਟ ਵੈਕਸੀਨੇਸ਼ਨ, ਵੀ ਲਈਏ ਨਾ ਲਈਏ, ਕੀ ਅਸਰ ਹੁੰਦਾ ਵਾ, ਕਿਹੜੀ ਲਈਏ। ਸੋ ਆਲ ਦੋਜ਼ ਥਿੰਗਸ ਆਰ ਐਗਜ਼ੈਜ਼ਰਬੇਟਿੰਗ। ਸੋ ਮੇਨ ਚੀਜ਼ ਆਡੀਟਰ ਜਨਰਲ ਆਫ ਕੈਨੇਡਾ ਨੇ ਕਿਹਾ ਕਿ ਆਪਣੀ ਜਿਹੜੀ ਆਪਾਂ ਫ੍ਰੀ ਫਲੋ ਆਫ ਮਨੀ ਦਿੱਤੀ ਆ ਉਸ ਚੀਜ਼ ਨੇ ਬਹੁਤ ਨੁਕਸਾਨ ਕੀਤਾ ਵਾ ਕੈਨੇਡੀਅਨ ਗਵਰਨਮੈਂਟ ਨੂੰ, ਅਤੇ ਆਪਣੇ ਓਬਵੀਅਸਲੀ ਬੈਲੈਂਸ ਸ਼ੀਟ ਨੂੰ ਟਿਪ ਆਫ ਕੀਤਾ ਵਾ ਮੋਰ ਟੂਵਰਡਸ ਲਾਇਬਿਲਿਟੀਜ਼। ਇੱਕ ਹੋਰ ਉਹਨਾਂ ਨੇ ਬਹੁਤ ਇੰਟਰਸਟਿੰਗ ਚੀਜ਼ ਪੁਆਇੰਟ ਆਊਟ ਕੀਤੀ ਆ, ਰੇਜ਼ ਕੀਤੀ ਹੈ ਦੁਬਾਰਾ ਫਿਰ। ਇਹ ਹਰ ਸਾਲ ਹੁੰਦੀ ਆ ਬਟ ਉਹਨਾਂ ਨੇ ਬਹੁਤ ਲਾਊਡਲੀ ਐਤਕੀ ਰੇਜ਼ ਕੀਤੀ ਆ ਵੀ ਜਿਹੜਾ ਆਪਣਾ ਨੈਸ਼ਨਲ ਡਿਫੈਂਸ ਜਿਹੜੀ ਆਪਣੀ ਡਿਪਾਰਟਮੈਂਟ ਹੈਗਾ, ਡਿਪਾਰਟਮੈਂਟ ਆਫ ਡਿਫੈਂਸ ਹੈਗਾ ਜਾਂ ਮਿਨਿਸਟਰੀ ਆਫ ਡਿਫੈਂਸ ਹੈਗੀ ਆ, ਉਹ ਆਪਣਾ ਕੰਮ ਸਹੀ ਨਹੀਂ ਕਰ ਰਹੇ। ਉਹਨਾਂ ਦਾ ਬਹੁਤ ਮੋਟੇ ਲਫ਼ਜ਼ਾਂ 'ਚ ਕਹਿਣ ਦਾ ਮਤਲਬ ਇਹ ਸੀਗਾ ਵੀ ਇੰਨੇ ਜ਼ਿਆਦਾ ਵੇਸਟੇਜ ਆ। ਉਹ ਕਹਿੰਦੇ ਵੀ ਅਸੀਂ ਜਿੰਨੀ ਸੈਂਪਲਿੰਗ ਲਈ ਹੈ ਇਨਵੈਂਟੋਰੀ ਦੀ, ਉਹਦੇ 'ਚੋਂ 17% ਪਤਾ ਹੀ ਨਹੀਂ ਗਾ ਵੀ ਕਿੱਥੇ ਆ ਰਿਹਾ, ਕਿੱਥੇ ਜਾ ਰਿਹਾ, ਕਿੱਥੋਂ ਕੀ ਹੈ। ਦੇਰ ਇਜ਼ ਨਾਟ ਈਵਨ ਅ ਬੇਸਿਕ ਓਵਰਸਾਈਟ। ਹੁਣ ਦੇਖਿਆ ਜਾਵੇ ਕੈਨੇਡਾ ਵਰਗੀ ਕੰਟਰੀ 'ਚ ਜਿਹੜੀ ਆਪਣੀ ਡਿਫੈਂਸ ਮਿਨਿਸਟਰੀ, ਉਹਦਾ ਕੰਮ ਕੀ ਆ? ਉਹਨਾਂ ਨੂੰ GDP ਦੇ ਵਿੱਚੋਂ ਐਲੋਕੇਟਡ ਬਜਟ ਮਿਲਦਾ ਵਾ ਨੈਸ਼ਨਲ ਡਿਫੈਂਸ ਵਾਸਤੇ ਸਪੈਂਡ ਕਰਨ ਨੂੰ, ਅਤੇ ਅਗਰ ਉਹ ਆਪਣੇ ਇੰਟਰਨਲ ਇਨਵੈਂਟੋਰੀ ਨੂੰ, ਆਪਣੇ ਘਰ ਨੂੰ, ਅੰਦਰਲੇ ਨੂੰ ਸਾਫ਼ ਨਹੀਂ ਰੱਖ ਸਕਦੇ, ਉਹਨੂੰ ਮੈਨੇਜ ਨਹੀਂ ਪ੍ਰੋਪਰ ਕਰ ਸਕਦੇ, ਤਾਂ ਉਹਨਾਂ ਦਾ ਕੰਮ ਕੀ ਆ? ਉਹਨਾਂ ਨੇ ਤਾਂ ਕੋਈ ਵਾਰ ਨਹੀਂ ਲੜਨੀ ਹੈਗੀ। ਅਦਰ ਦੈਨ ਕੈਨੇਡਾ ਬੀਇੰਗ ਅ ਪਾਰਟ ਆਫ ਨੈਟੋ, ਹੋਰ ਤਾਂ ਕੋਈ ਕੈਨੇਡਾ ਦਾ ਕੋਈ ਰੋਲ ਨਹੀਂ ਹੈਗਾ, ਕੋਈ ਆਪਾਂ ਵਾਰ 'ਚ ਨਹੀਂ ਹੈਗੇ, ਰਾਈਟ। ਪੂਰਾ ਸਾਲ ਕੀ ਕੀਤਾ ਵਾ ਆਪਾਂ? ਆਪਣੀ ਜਿਹੜੀਆਂ ਕੰਟਰੀਜ਼ ਨੇ ਜਿਨ੍ਹਾਂ ਨੂੰ ਆਪਾਂ ਅਲਾਈ ਕਰਦੇ ਹਾਂ, ਆਪਣੇ ਅਲਾਈਜ਼ ਨੇ, ਜਿਵੇਂ ਯੂਕਰੇਨ ਆ, ਉਹਨਾਂ ਨੂੰ ਆਪਾਂ ਹੈਲਪ ਕੀਤੀ ਹੈ, ਸਪੋਰਟ ਕੀਤੀ ਹੈ। ਬਟ ਅਦਰ ਦੈਨ ਦੈਟ ਵਾਟ ਵਰ ਵੀ ਡੂਇੰਗ ਐਟ ਹੋਮ? ਪੂਅਰ ਰਿਪੋਰਟ ਆ ਬਹੁਤ ਜ਼ਿਆਦਾ। ਐਂਡ ਉਹ ਕਹਿੰਦੇ ਉਹਦੇ ਕਰਕੇ ਇਹਦਾ ਇਕਨੋਮਿਕ ਇਫੈਕਟ ਹੈਗਾ। ਇਟ ਇਜ਼ ਗੋਇੰਗ ਟੂ ਕਾਸਟ ਅਸ ਓਵਰ $12 billion ਟੂ ਔਰਗੇਨਾਈਜ਼ ਆਲ ਦਿਸ। ਐਂਡ ਇਹ ਕਹਿੰਦੇ ਲੀਕੇਜ ਪਿਛਲੇ ਆਲਮੋਸਟ 10 ਸਾਲਾਂ ਤੋਂ ਵੀ ਉੱਤੇ ਤੋਂ ਹੋ ਰਹੀ ਹੈ। ਆਲਮੋਸਟ 2 ਦਹਾਕਿਆਂ ਤੋਂ ਇਹ ਵੇਸਟੇਜ ਅਤੇ ਲੀਕੇਜ ਹੋ ਰਹੀ ਹੈ ਨੈਸ਼ਨਲ ਡਿਫੈਂਸ ਦੇ ਵਿੱਚ, ਅਤੇ ਇਹਨੂੰ ਕੀ ਹੋਣਾ ਵਾ, ਕੀ ਕਰਨਾ ਵਾ, ਵੀ ਡੋਂਟ ਨੋ। ਅਤੇ ਮੀਨਾਕਸ਼ੀ ਜੀ, ਅਸੀਂ ਬੈਂਕ ਆਫ ਕੈਨੇਡਾ ਦੇ ਜਿਹੜੇ ਗਵਰਨਰ ਜਨਰਲ ਦੀ ਹੈ ਕਮੈਂਟ, ਉਸ ਬਾਰੇ ਗੱਲ ਕਰ ਚੁੱਕੇ ਹਾਂ। ਜਿਹੜੀ ਫੈਡਰਲ ਜਿਹੜਾ ਕੈਨੇਡਾ ਦਾ ਆਡੀਟਰ ਜਨਰਲ ਹੈ, ਉਹਦੀ ਰਿਪੋਰਟ ਬਾਰੇ ਗੱਲ ਕਰ ਚੁੱਕੇ ਹਾਂ। ਅਤੇ ਹੁਣ ਇਹ ਇਸ਼ੂ ਸਾਡੇ ਜਿਹੜੇ ਪ੍ਰੋਵਿੰਸ ਦੀ ਓਨਟਾਰੀਓ ਦੇ ਆਡੀਟਰ ਜਨਰਲ ਦੀ ਰਿਪੋਰਟ। ਹਾਂਜੀ। ਅਤੇ ਉਹਦੇ 'ਚ ਵੀ ਬੜੀਆਂ ਇੰਪੋਰਟੈਂਟ ਗੱਲਾਂ ਨੇ। ਮੈਨੂੰ ਲੱਗਦਾ ਅਸਲ 'ਚ ਕਾਫੀ ਜ਼ਿਆਦਾ ਇੰਪੋਰਟੈਂਟ ਗੱਲਾਂ ਨੇ ਜਿਨ੍ਹਾਂ ਕਲੋਜ਼ਰ ਟੂ ਹੋਮ, ਬਿਕੋਜ਼ ਆਪਾਂ ਓਨਟਾਰੀਓ 'ਚ ਹੈਗੇ ਹਾਂ, ਸੋ ਡਾਇਰੈਕਟਲੀ ਆਪਾਂ ਨੂੰ ਇਫੈਕਟ ਕਰਦੀਆਂ ਨੇ ਐਂਡ ਡੇ ਟੂ ਡੇ ਆਪਣੀ ਲਿਵਿੰਗ 'ਚ ਇਫੈਕਟ ਕਰਦੀਆਂ ਨੇ। ਸੋ ਪਹਿਲੀ ਤਾਂ ਉਹਨਾਂ ਨੇ ਰਿਪੋਰਟ ਆਪਣੀ ਹੈਲਥ ਕੇਅਰ ਸਿਸਟਮ ਦੀ ਬਹੁਤ ਪੂਅਰ ਦਿੱਤੀ ਆ। ਉਹ ਕਹਿੰਦੇ ਵੀ ਆਪਾਂ ਤਾਂ ਫੇਲ ਕਰ ਰਹੇ ਹਾਂ। 2021 2022 ਜੋ ਕਿ ਕੋਵਿਡ ਦਾ ਪੀਕ ਸੀ, ਕਹਿੰਦੇ ਉਸ ਤੋਂ ਵੀ ਜ਼ਿਆਦਾ ਬੁਰੀ ਹਾਲਤ ਹੁਣ ਹੈ 2023 ਦੇ ਵਿੱਚ। ਲੌਂਗ ਟਰਮ ਹੈਲਥ ਕੇਅਰ ਫੈਸਿਲਿਟੀਜ਼ ਦੇ ਵਿੱਚ ਵੀ ਆਪਾਂ ਨੂੰ ਪਤਾ ਵਾ ਕਿ ਨਰਸਿੰਗ ਹੋਮਸ ਦਾ ਕਿੰਨਾ ਮਾੜਾ ਹਾਲ ਰਿਹਾ ਵਾ ਕੋਵਿਡ ਦੇ ਡਿਊਰਿੰਗ। ਉਹ ਕਹਿੰਦੇ ਕੋਈ ਇੰਪਰੂਵਮੈਂਟ ਨਹੀਂ ਹੋਈ, ਉਦੋਂ ਰਾਦਰ ਥੱਲੇ ਹੀ ਗਏ ਨੇ। ਐਂਡ ਮੋਰ ਇੰਪੋਰਟੈਂਟਲੀ, ਜੋ ਕਿ ਬਹੁਤ ਕੰਸਰਨਿੰਗ ਚੀਜ਼ ਆ, ਉਹ ਕਹਿੰਦੇ ਵੀ ਆਪਣੇ ਐਮਰਜੈਂਸੀ ਰੂਮਸ ਪ੍ਰੋਵਿੰਸ ਵਾਈਡ 17 ਵਾਰੀ ਸ਼ਟ ਡਾਊਨ ਹੋਏ ਨੇ ਵਿਦਆਊਟ ਐਨੀ ਐਕਸਪਲੇਨੇਸ਼ਨ। ਐਂਡ ਇਹ acceptable ਨਹੀਂ ਹੈ ਬਿਕੋਜ਼ number one obviously taxpayers money and number two even from the basis of provision of a service ਤੁਸੀਂ ਇੱਕ ਐਮਰਜੈਂਸੀ ਡਿਪਾਰਟਮੈਂਟ ਨੂੰ ਹਸਪੀਟਲ ਦੇ ਨੂੰ ਫॉर ਐਨ ਐਕਸਟੈਂਡਡ ਪੀਰੀਅਡ ਆਫ ਟਾਈਮ ਔਰ ਈਵਨ ਫॉर ਅ ਫਿਊ ਡੇਜ਼ ਕਿੱਦਾਂ ਬੰਦ ਕਰ ਸਕਦੇ ਹੋ। ਐਂਡ ਉਹ ਕਹਿੰਦੇ ਵੀ ਇਹਦਾ ਰੀਜ਼ਨ ਮੋਸਟਲੀ ਇਹ ਰਿਹਾ ਕਿ ਉਹਨਾਂ ਕੋਲ ਇਨਫ ਰਿਸੋਰਸਿਸ ਨਹੀਂ ਹੈਗੇ। ਹੁਣ ਇਟਸ ਕਾਮਨ ਸੈਂਸ, ਆਪਾਂ ਇਮੀਗ੍ਰੇਸ਼ਨ ਕਰ ਰਹੇ ਹਾਂ, ਪਰ ਕੀ ਉਹ ਨੀਡ ਬੇਸਡ ਹੈ? ਨਹੀਂ। ਆਪਾਂ ਜਿਹੜੇ ਇਮੀਗ੍ਰੈਂਟਸ ਲਿਆ ਰਹੇ ਹਾਂ, ਕੀ ਉਹ ਆਪਣੀ ਜਿਹੜੀਆਂ ਜ਼ਰੂਰਤਾਂ ਨੇ
ਉਹਨਾਂ ਨੂੰ ਪੂਰਾ ਕਰਦੇ। ਹੁਣ ਜਿਵੇਂ ਪੀਅਰ ਪੋਲੀਏ ਆ ਕੇ ਗੱਲ ਕਰਕੇ ਗਏ ਨੇ ਵੀ ਓਕੇ ਉਹਨਾਂ ਨੇ ਥੋੜ੍ਹਾ ਟੱਚ ਕੀਤਾ, ਤੁਸੀਂ ਉਹਨਾਂ ਨੂੰ ਟੀਜ਼ ਕੀਤਾ ਵੀ ਥੋੜ੍ਹਾ ਕੌਮੈਂਟ ਦਿਓ ਖੁੱਲ੍ਹ ਕੇ ਵੀ ਇਮੀਗ੍ਰੇਸ਼ਨ ਪੋਲਿਸੀ ਕੀ ਹੋਊਗੀ ਤੁਹਾਡੀ। ਉਹਨਾਂ ਨੇ ਜੋ ਐਟਲੀਸਟ ਪੋਜ਼ੀਟਿਵ ਸਾਈਨ ਆ ਜੋ ਮੈਂ ਪਿਕ ਕੀਤਾ, ਉਹਨਾਂ ਨੇ ਇਹ ਕਿਹਾ ਕਿ ਜਿਹੜੀ ਆਪਾਂ ਇਮੀਗ੍ਰੇਸ਼ਨ ਹੈ ਉਹ ਆਈ ਐਮ ਗੋਇੰ ਟੂ ਯੂਜ਼ ਅ ਫਾਰਮੂਲਾ ਜਿਹਦੇ ਵਿੱਚ ਨੀਡ ਬੇਸਡ ਫਾਰਮੂਲਾ ਆਪਾਂ ਯੂਜ਼ ਕਰਾਂਗੇ ਵੀ ਕਿੱਥੇ ਆਪਾਂ ਨੂੰ ਜ਼ਿਆਦਾ ਜ਼ਰੂਰਤ ਹੈ। ਜਿਵੇਂ ਉਹਨਾਂ ਨੇ ਹੈਲਥ ਕੇਅਰ ਪਰਟੀਕੂਲਰਲੀ ਇਮੀਗ੍ਰੇਸ਼ਨ ਦੇ ਨਾਲ ਟਾਈ ਕੀਤਾ, ਵਿਚ ਵਾਜ਼ ਅ ਗੁੱਡ ਸਿਗਨਲ ਇਨ ਮਾਈ ਵਿਊ। ਵਾਕਈ ਅਗਰ ਇਸ ਚੀਜ਼ ਨੂੰ ਉਹ ਪੋਲਿਸੀ ਨਾਲ ਬੈਕ ਕਰਦੇ ਆ, ਕੋਈ ਪ੍ਰੋਪਰ ਫਰੇਮਵਰਕ ਨਾਲ, ਲੈਜਿਸਲੇਟਿਵ ਫਰੇਮਵਰਕ ਨਾਲ ਬੈਕਅਪ ਕਰਦੇ ਆ, ਤਾਂ ਆਈ ਥਿੰਕ ਇਟਸ ਅ ਗੁੱਡ ਸਿਗਨਲ। ਸੋ ਆਪਣੇ ਓਨਟੇਰੀਓ ਦੇ ਆਡੀਟਰ ਜਨਰਲ ਨੇ ਹੀ ਕਿਹਾ ਕਿ 1:5 ਦੀ ਡੈਫਿਸਿਟ ਹੈ। ਆਲਮੋਸਟ 40% ਆਫ ਜਿਹੜੇ ER ਐਡਮਿਸ਼ਨਸ ਅੱਜ ਨੇ ਉਹ ਆਪਣੇ ਪ੍ਰਾਇਮਰੀ ਹੈਲਥ ਕੇਅਰ ਸੈਂਟਰਸ ਲੈਵਲ 'ਤੇ ਰਿਜ਼ੋਲਵ ਹੋ ਸਕਦੀਆਂ ਨੇ, ਪਰ ਉਹ ਨਹੀਂ ਹੋ ਰਹੀਆਂ ਬਿਕਾਜ਼ ਅਗੇਨ ਵੀ ਨੋ ਫੈਮਿਲੀ ਡਾਕਟਰਸ ਦੀ ਸ਼ਾਰਟੇਜ ਹੈ। ਨਾਟ ਓਨਲੀ ਆਪਾਂ ਘੱਟ ਡਾਕਟਰਸ ਨੂੰ ਲਾਇਸੈਂਸ ਦੇ ਰਹੇ ਹਾਂ ਇੱਥੇ ਪ੍ਰੈਕਟਿਸ ਕਰਨ ਨੂੰ, ਬਟ ਆਲਸੋ ਜਿਹੜੇ ਐਗਜ਼ਿਸਟਿੰਗ ਪੂਲ 'ਚ ਨੇ ਉਹ ਬਹੁਤ ਰਿਟਾਇਰ ਹੋ ਰਹੇ ਨੇ। ਸੋ ਦੇਰ ਇਜ਼ ਮਤਲਬ ਦੋਨੋਂ ਪਾਸੇ ਆਪਾਂ ਨੂੰ ਨੁਕਸਾਨ ਹੋ ਰਿਹਾ। ਐਂਡ ਥਰਡਲੀ ਆਪਾਂ ਜਿਹੜੇ ਲਿਆ ਰਹੇ ਹਾਂ, ਨਾ ਤਾਂ ਡਾਕਟਰਸ ਲਿਆ ਰਹੇ ਹਾਂ। ਹੁਣ ਜਿਹੜਾ ਆਪਣਾ ਗਲੋਬਲ ਟੈਲੈਂਟ ਸਟਰੀਮ ਪ੍ਰੋਗਰਾਮ ਹੈ ਕਰੰਟਲੀ ਆਪਣੇ ਟਰੂਡੋ ਗਵਰਨਮੈਂਟ ਦਾ, ਉਹਦੇ ਵਿੱਚ ਅੰਡਰ ਦ ਫੈਡਰਲ ਪ੍ਰੋਗਰਾਮ ਆਪਾਂ ਮੋਸਟਲੀ ਸਕਿੱਲ ਟ੍ਰੇਡਸ 'ਚ ਦੇਖਦੇ ਹਾਂ ਕਿ ਕਿਹਨਾਂ ਨੂੰ ਲੈ ਕੇ ਆਇਆ ਜਾ ਰਿਹਾ। ਉਹ ਮੋਸਟਲੀ IT ਸੈਕਟਰ ਵਾਲੇ ਨੇ ਲਾਰਜਲੀ ਸੋ। ਅਤੇ ਦੈਟ ਮੀਨਸ ਕਿ ਆਪਾਂ ਸਰਵਿਸ ਬੇਸ ਇੰਡਸਟਰੀ ਵੱਲ ਜਾ ਰਹੇ ਹਾਂ। ਆਪਾਂ ਕੋਈ ਜਿਹੜੇ ਪ੍ਰੋਫੈਸ਼ਨਲ ਇੰਡਸਟਰੀਜ਼ ਨੇ ਜਾਂ ਆਪਣੇ ਹੱਥ ਨਾਲ ਕੰਮ ਕਰਨ ਵਾਲੇ ਉਹਨਾਂ 'ਤੇ ਫੋਕਸ ਹੈ ਹੀ ਨਹੀਂ ਗੇ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਸਿਗਨਲ ਕਰਦੀਆਂ ਨੇ। ਐਂਡ ਇਹੀ ਚੀਜ਼ ਸਿਗਨਲਸ 'ਚ ਆਪਾਂ ਪਿਕ ਕੀਤੀ ਆ ਆਡੀਟਰ ਜਨਰਲ ਆਫ ਓਨਟੇਰੀਓ ਦੀ ਰਿਪੋਰਟ 'ਚ ਕਿ ਆਪਣੇ ਹੌਸਪੀਟਲ ਸਿਸਟਮਸ ਇਨਫਰਾਸਟਰਕਚਰ ਹੈਗਾ ਵਾ, ਇੰਨਾ ਵੀ ਮਾੜਾ ਨਹੀਂ ਹੈਗਾ। ਆਲਵੇਜ਼ ਜ਼ਰੂਰਤ ਹੁੰਦੀ ਹੈ ਇਨਫਰਾਸਟਰਕਚਰ ਨੂੰ ਬੈਟਰ ਕਰਨ ਦੀ, ਪਰ ਜੇ ਇਨਫਰਾਸਟਰਕਚਰ ਨੂੰ ਚਲਾਉਣ ਵਾਲੇ ਨਹੀਂ ਹੈਗੇ ਤਾਂ ਤੁਸੀਂ ਕੀ ਕਰੋਗੇ। ਹੁਣ ਸਰਜਰੀਜ਼ ਲਈ ਬੈੱਡ ਹੈਗੇ ਆ ਜਾਂ ORs ਹੈਗੇ ਨੇ, ਆਪਰੇਸ਼ਨ ਰੂਮਸ ਹੈਗੇ ਨੇ, ਪਰ ਜੇ ਉੱਥੇ ਡਾਕਟਰਸ ਅਤੇ ਨਰਸਿਸ ਹੀ ਨਹੀਂ ਹੈਗੇ ਟਰੀਟ ਕਰਨ ਵਾਸਤੇ ਜਾਂ ਸਰਜਰੀਜ਼ ਦੇਣ ਵਾਸਤੇ, ਤਾਂ ਉਹ ਫੈਸਿਲਿਟੀਜ਼ ਕੀ ਕਰਨੀਆਂ, ਖਾਲੀ ਪਈਆਂ ਨੇ। ਐਂਡ ਦੈਟਸ ਐਗਜ਼ੈਕਟਲੀ ਵਾਟ ਦ ਆਡੀਟਰ ਜਨਰਲ ਆਫ ਓਨਟੇਰੀਓਜ਼ ਰਿਪੋਰਟ ਸੇਜ਼। ਸੋ ਇਹ ਇੱਕ ਬਹੁਤ ਕੰਸਰਨਿੰਗ ਚੀਜ਼ ਹੈ। ਹੋਰ ਉਹਨਾਂ ਨੇ ਕਿਹਾ ਕਿ ਆਪਣੀ ਜਿਹੜੀ ਮਿਨਿਸਟਰੀ ਆਫ ਟਰਾਂਸਪੋਰਟ ਆ, ਉਹਨਾਂ ਦੀ ਡਰਾਈਵਿੰਗ ਸਕੂਲਸ ਅਤੇ ਡਰਾਈਵਿੰਗ ਜਿਵੇਂ ਲਾਇਸੈਂਸ ਮਿਲਦਾ, ਉਹਦੇ ਬਾਰੇ ਕੋਈ ਓਵਰਸਾਈਟ ਨਹੀਂ ਹੈਗੀ। ਬਹੁਤ ਉਹਨਾਂ ਨੇ ਪੂਅਰ ਮਾਰਕ ਦਿੱਤਾ ਉੱਥੇ ਵੀ, ਕਾਫੀ ਬੁਰੀ ਹਾਲਤ ਹੈ, ਬਹੁਤ ਬੁਰੀ ਹਾਲਤ ਹੈ। ਆਪਾਂ ਆਈ ਥਿੰਕ ਤੁਹਾਡੇ ਸ਼ੋਅ 'ਚ ਤੁਸੀਂ ਪਹਿਲਾਂ ਵੀ ਇਸ ਬਾਰੇ ਕਾਫੀ ਡਿਸਕਸ਼ਨ ਕੀਤੀ ਆ, ਅਤੇ ਉਹ ਇਹ ਰਿਪੋਰਟ ਆ ਜਿਹੜੀ ਕਰੈਬੋਰੇਟ ਕਰਦੀ ਆ, ਬਿਲਕੁਲ ਉਹ ਸਹੀ ਜੋ ਤੁਸੀਂ ਪਿਕ ਕੀਤਾ ਉਹ ਦੱਸਦੀ ਆ ਵੀ ਜਦੋਂ ਉਹ ਕਹਿੰਦੇ ਵੀ ਜਿਸ ਬੰਦੇ ਦਾ ਓਨਟੇਰੀਓ 'ਚ ਲਾਇਸੈਂਸ 2 ਵਾਰੀ ਸਸਪੈਂਡ ਹੋਇਆ ਡਰਾਈਵਿੰਗ ਅੰਡਰ ਦ ਇਨਫਲੂਐਂਸ ਵਾਲੀ ਸਿਚੁਏਸ਼ਨ, ਯਾਨੀ ਕਿ ਐਲਕੋਹਲ ਰਿਲੇਟਡ ਜਾਂ ਮੈਰੀਜੁਆਨਾ ਰਿਲੇਟਡ, ਡਰੱਗਸ ਰਿਲੇਟਡ ਨਹੀਂ, ਬਟ ਜਿਵੇਂ ਕੋਈ ਸਟੰਟ ਡਰਾਈਵਰ ਹੈ ਜਾਂ ਓਵਰ ਸਪੀਡਿੰਗ ਡਰਾਈਵਰ ਹੈ, ਕਹਿੰਦੇ ਜਿਹਦਾ ਮੋਰ ਦੈਨ ਵਨਸ ਸਸਪੈਂਡ ਹੋਇਆ, ਉਹ ਬੰਦੇ ਦੀ ਜਿਹੜੀ ਐਕਸੀਡੈਂਟ ਕਰਨ ਦੀ ਜਿਹੜੀ ਪਰਸੈਂਟੇਜ ਹੈ ਇਟ ਗੋਜ਼ ਓਵਰ 30 to 40%, ਯਾਨੀ ਕਿ ਇੰਨੇ ਰਿਸਕੀ ਡਰਾਈਵਰਸ ਨੇ। ਅਤੇ ਕੀ ਆਪਾਂ ਉਹਨਾਂ ਨੂੰ ਦੁਬਾਰਾ ਰੀਟ੍ਰੇਨ ਕਰ ਰਹੇ ਹਾਂ ਜਾਂ ਉਹਨਾਂ ਦੀ ਰਿਕੁਆਇਰਮੈਂਟ ਹੈ ਕਿ ਉਹ ਦੁਬਾਰਾ ਲਾਇਸੈਂਸ ਲੈਣ? ਉਹ ਕਹਿੰਦੇ ਨਹੀਂ। ਸੋ ਉਹ ਦੁਬਾਰਾ ਫਿਰ ਉਸੇ ਪੂਲ 'ਚ, ਡਰਾਈਵਿੰਗ ਪੂਲ 'ਚ ਆ ਜਾਂਦੇ ਨੇ। ਉਸ ਚੀਜ਼ ਦਾ ਸ਼ਮੀਲ ਜੀ ਨਾਟ ਓਨਲੀ ਆਪਣੇ ਹੈਲਥ ਐਂਡ ਸੇਫਟੀ ਦਾ ਕੰਸਰਨ ਆ, ਮੇਜਰ ਕੰਸਰਨ ਇਕਨੋਮਿਕਲੀ ਵੀ ਪੈਂਦਾ। ਹੁਣ ਦੇਖੋ ਜਿੰਨੇ ਜ਼ਿਆਦਾ ਰੋਡ 'ਤੇ ਐਕਸੀਡੈਂਟ ਹੋਣਗੇ, ਇੰਸ਼ੋਰੈਂਸਸ ਨੇ ਉਹ ਆਪਣੀ ਪਾਕਿਟਸ 'ਚੋਂ ਕੱਢਣੇ ਆ ਪੈਸੇ ਕਿ ਓਨਟੇਰੀਓ ਦੀ ਰੋਡ 'ਤੇ ਜ਼ਿਆਦਾ ਐਕਸੀਡੈਂਟਸ ਹੋਣ ਦੇ ਨਾਲ ਜਾਂ ਜ਼ਿਆਦਾ ਪ੍ਰੋਬਲਮਸ ਹੋਣ ਦੇ ਨਾਲ ਆਪਾਂ ਇਫੈਕਟ ਹੁੰਦੇ ਹਾਂ। ਓਬਵੀਅਸਲੀ ਕਾਰ ਥੈਫਟਸ ਇੱਕ ਮੇਜਰ ਕੰਸਰਨ ਬਣ ਗਿਆ, ਬਟ ਈਵਨ ਡਰਾਈਵਿੰਗ ਇਜ਼ ਅ ਮੇਜਰ ਕੰਸਰਨ। ਸੋ ਕਹਿੰਦੇ ਵੀ ਆਰ ਨਾਟ ਬ੍ਰਿੰਗਿੰਗ ਨਿਊ ਐਂਡ ਗੁੱਡ ਰਿਲਾਇਬਲ ਡਰਾਈਵਰਸ ਔਨ ਓਨਟੇਰੀਓ ਰੋਡਸ ਐਨੀਮੋਰ। ਬਹੁਤ ਕੰਸਰਨਿੰਗ ਚੀਜ਼ ਆ ਓਵਰਆਲ ਜੇ ਦੇਖਿਆ ਜਾਵੇ। ਫਿਰ ਉਹਨਾਂ ਨੇ ਦੋ ਚੀਜ਼ਾਂ ਹੋਰ ਬਹੁਤ ਇੰਪੋਰਟੈਂਟ ਪੁਆਇੰਟ ਆਊਟ ਕੀਤੀਆਂ। ਕਹਿੰਦੇ ਵੀ ਯਾਰਕ ਯੂਨੀਵਰਸਿਟੀ ਦੀ ਉਹਨਾਂ ਨੇ ਐਗਜ਼ਾਮਪਲ ਲਈ ਆ, ਅਤੇ ਉਹਨਾਂ ਨੇ ਕਿਹਾ ਕਿ ਯਾਰਕ ਯੂਨੀਵਰਸਿਟੀ ਦੀ 17 ਤੋਂ 20% ਜਿਹੜੀ ਰੈਵਨਿਊ ਹੈ ਉਹ ਫੋਰਨ ਜਾਂ ਇੰਟਰਨੈਸ਼ਨਲ ਸਟੂਡੈਂਟਸ ਉੱਤੇ ਬੇਸਡ ਆ, ਜਿਹਦੇ 'ਚੋਂ 57% ਚਾਈਨੀਜ਼ ਨੇ ਅਤੇ ਬਾਕੀ ਇੰਡੀਅਨ ਸਟੂਡੈਂਟਸ ਨੇ। ਯਾਨੀ ਕਿ ਅਗਰ ਇਹਨਾਂ ਦੋਨਾਂ 'ਚੋਂ ਕਿਸੇ ਇੱਕ ਕੰਟਰੀ ਦੀ ਕੋਈ ਫੋਰਨ ਪੋਲਿਸੀ ਚੇਂਜ ਹੋ ਜਾਂਦੀ ਆ ਜਾਂ ਉਹਨਾਂ ਦੇ ਰਿਲੇਸ਼ਨਸ ਕੈਨੇਡਾ ਦੇ ਨਾਲ ਖਰਾਬ ਹੋ ਜਾਂਦੇ, ਜੋ ਕਿ ਹੋਏ ਨੇ, ਫੋਰ ਐਗਜ਼ਾਮਪਲ ਕੈਨੇਡਾ ਇੰਡੀਆ ਦੇ ਰਿਲੇਸ਼ਨਸ ਖਰਾਬ ਹੋਏ ਨੇ, ਤਾਂ ਇਹ ਜਿਹੜੀਆਂ ਏਜੰਸੀਜ਼ ਨੇ ਜਾਂ ਆਪਣੀ ਯੂਨੀਵਰਸਿਟੀਜ਼ ਨੇ, ਦੇ ਡੋਂਟ ਹੈਵ ਐਨੀ ਮਨੀ ਟੂ ਰਨ ਦ ਗੁੱਡ ਪ੍ਰੋਗਰਾਮਸ। ਉਹ ਰਿਲਾਈ ਕਰ ਰਹੇ ਨੇ ਫੋਰਨ ਸਟੂਡੈਂਟਸ 'ਤੇ ਆ ਕੇ, ਇੰਟਰਨੈਸ਼ਨਲ ਸਟੂਡੈਂਟਸ 'ਤੇ ਆ ਕੇ ਵੀ ਇਸ ਚੀਜ਼ ਨੂੰ, ਇਸ ਆਰਗੇਨਾਈਜੇਸ਼ਨ ਨੂੰ ਚਲਾ ਸਕਣ। ਯਾਨੀ ਕਿ ਆਪਣੀ ਯੂਨੀਵਰਸਿਟੀਜ਼ ਦੇ ਇਨਫਰਾਸਟਰਕਚਰਸ ਹੈਗੇ ਨੇ, ਨਾ ਉਹ ਚਲਾਉਣ ਵਾਸਤੇ ਪੈਸੇ ਨੇ, ਨਾ ਉਹਨਾਂ ਨੂੰ ਭਰਨ ਵਾਸਤੇ ਲੋਕਲ ਸਟੂਡੈਂਟਸ ਨੇ। ਸੋ ਕਾਲਜਿਸ ਦੀ ਤਾਂ ਹਾਲਤ ਇਸ ਤੋਂ ਵੀ ਮਾੜੀ ਆ, ਕਾਲਜਿਸ ਦੀ ਤਾਂ ਆਪਾਂ ਯੂਨੀਵਰਸਿਟੀ ਦੀ ਗੱਲ ਕਰ ਰਹੇ ਹਾਂ। ਸੋ ਇਹ ਉਹਨਾਂ ਨੇ ਯੂਨੀਵਰਸਿਟੀ ਦੀ ਲਈ ਆ। ਐਂਡ ਆਈ ਐਮ ਸ਼ੋਰ ਅਗਰ ਆਪਾਂ ਹੋਰ ਰਿਸਰਚ
ਚ ਦੇਖੀਏ ਤਾਂ ਹੋਰ ਇੰਸਟੀਟਿਊਸ਼ਨਸ ਦਾ ਵੀ ਸੇਮ ਹੀ ਹਾਲ ਹੋਣਾ, ਕੋਈ ਬਹੁਤੀ ਚੇਂਜ ਨਹੀਂ ਹੈਗੀ। ਤੇ ਇੱਕ ਫਾਈਨਲ ਜਿਹੜੀ ਉਹਨਾਂ ਨੇ ਕਹੀ, ਜਿਹੜੀ ਫੋਰਡ ਗਵਰਨਮੈਂਟ ਨੂੰ ਉਹਨਾਂ ਨੇ ਕਾਫੀ ਸਟਾਰਕਲੀ ਕ੍ਰਿਟਿਸਾਈਜ਼ ਕੀਤਾ ਕਿ ਜਿਹੜੀ ਉਹਨਾਂ ਨੇ ਓਨਟਾਰੀਓ ਸਾਇੰਸ ਸੈਂਟਰ ਨੂੰ ਮੂਵ ਕਰਨ ਵਾਲੀ ਗੱਲ ਕੀ ਹੈ, ਕਹਿੰਦੇ ਉਹ ਬਹੁਤ ਇਲ ਪਲੈਨਡ ਡਿਸੀਜਨ ਹੈਗਾ ਅਤੇ ਉਹ ਟੈਕਸ ਪੇਅਰ ਨੂੰ ਬਹੁਤ ਬੁਰੀ ਤਰ੍ਹਾਂ ਕੋਸਟ ਕਰੂਗਾ। ਉਹ ਕਹਿੰਦੇ ਵੀ ਕਾਫੀ ਕੀ ਇਨਫੋਰਮੇਸ਼ਨ ਆ ਜਿਹੜੀ ਕਿ ਮਿਸਿੰਗ ਆ, ਜਿਹੜੀ ਕਿ ਬੈਕ ਨਹੀਂ ਕਰਦੀ ਕਿ ਉੱਥੇ ਮੂਵ ਕਰਨ ਦਾ ਕੀ ਫਾਇਦਾ ਵਾ, ਬਜਾਏ ਇਸ ਦੇ ਕਿ ਉਸੇ ਜਗ੍ਹਾ ਨੂੰ ਰੈਨੋਵੇਟ ਕੀਤਾ ਜਾਵੇ। ਸੋ ਓਵਰਆਲ ਆ ਆਪਣੀ ਗਵਰਨਮੈਂਟਸ ਦੀ ਰਿਪੋਰਟ ਰਹੀ ਆ। ਐਂਡ ਆਈ ਥਿੰਕ ਆਈ ਵੁੱਡ ਲਾਈਕ ਟੂ ਸਮ ਇਟ ਅਪ ਕਿ ਜਿਹੜੇ ਆਪਣੇ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ, ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਜਿਹੜੀ ਅੱਛੀ ਚੀਜ਼ ਉਹਨਾਂ ਨੇ ਕਹੀ ਆ, ਉਹ ਕਹਿੰਦੇ ਵੀ ਸਾਨੂੰ ਐਗਜ਼ੈਕਟਲੀ ਪਤਾ ਵਾ ਕਿ ਕੀ ਹੋ ਰਿਹਾ ਕੈਨੇਡਾ 'ਚ, ਕਾਮਨ ਬੰਦਾ ਜਿਹੜਾ ਉਹ ਅਫੈਕਟਡ ਵਾ। ਵੀ ਨੋ ਕਿ ਇੰਟਰਸਟ ਰੇਟ ਵਧਾਏ ਨੇ, ਇਹ ਵਧਾਉਣੇ ਜ਼ਰੂਰੀ ਸੀ ਆਪਣੀ ਇਕੋਨਮੀ ਨੂੰ ਸਟੇਬਲਾਈਜ਼ ਕਰਨ ਲਈ, ਅਦਰਵਾਈਜ਼ ਆਪਾਂ ਬਹੁਤ ਬੁਰੀ ਡਾਇਰੈਕਸ਼ਨ 'ਚ ਜਾ ਸਕਦੇ ਸੀ। ਕਹਿੰਦੇ ਇਨਫਲੇਸ਼ਨ ਘਟੀ ਆ, ਪਰ ਓਨੀ ਨਹੀਂ ਘਟੀ ਜਿੰਨੀ ਅਸੀਂ ਜਿੱਥੇ 'ਤੇ ਲੈ ਕੇ ਜਾਣਾ ਚਾਹੁੰਦੇ ਹਾਂ, 2% 'ਤੇ ਲੈ ਕੇ ਜਾਣਾ ਚਾਹੁੰਦੇ ਹਾਂ। ਕਹਿੰਦੇ ਪੂਰੇ 2024 'ਚ ਸਾਡਾ ਇਹੀ ਟਾਰਗੇਟ ਰਹੂਗਾ ਕਿ ਉਸ ਨੂੰ ਆਪਾਂ 2% 'ਤੇ ਲੈ ਕੇ ਜਾਈਏ। ਪਰ ਕੀ 2024 ਦੇ ਵਿੱਚ ਉਹ 2% ਦਾ ਇਨਫਲੇਸ਼ਨ ਰੇਟ ਆਪਾਂ ਮੀਟ ਕਰ ਸਕਦੇ ਹਾਂ ਟਾਰਗੇਟ ਕਿ ਨਹੀਂ, ਦੈਟ ਇਜ਼ ਟੂ ਬੀ ਸੀਨ। ਉਹ ਕਹਿੰਦੇ ਹੋ ਸਕਦਾ ਆਪਾਂ ਨੂੰ अर्ਲੀ ਪਾਰਟ ਆਫ 2025 'ਚ ਵੀ ਤੱਕ ਜਾ ਕੇ ਆਪਾਂ ਨੂੰ ਅਸਰ ਮਿਲੇ, ਵਿਚ ਮੀਨਸ ਆਈ ਰੀਡ ਇਟ ਇਨ ਬਿਟਵੀਨ ਦ ਲਾਈਨਸ। ਆਪਾਂ ਜੇ ਇਹ ਸੋਚੀ ਬੈਠੀਏ ਕਿ ਇੰਟਰਸਟ ਰੇਟ ਪਤਾ ਨਹੀਂ ਫਸਟ ਕੁਆਰਟਰ ਅਗਲੇ ਸਾਲ 'ਚ ਘਟਣੇ ਸ਼ੁਰੂ ਹੋ ਜਾਣਗੇ, ਉਹ ਨਹੀਂ ਹੋਊਗਾ। ਜੇ ਹੋਊਗਾ ਤਾਂ ਉਹ ਬਹੁਤ ਗ੍ਰੈਜੂਅਲੀ ਹੋਊਗਾ। ਆਈ ਥਿੰਕ ਉਹ ਰਿਸਕ ਬੇਸ ਐਨਾਲਿਸਿਸ ਕਰਕੇ ਲੈਣਗੇ। ਉਹ ਕਹਿੰਦੇ ਵੀ ਅਸੀਂ ਇਸ ਸਿਚੁਏਸ਼ਨ 'ਚ ਨਹੀਂ ਹੈਗੇ। ਜਿਹੜੇ ਸਾਡੇ ਇੱਥੇ ਨਾ ਕਮਿਊਨਿਟੀ 'ਚ ਬਿਜ਼ਨਸ 'ਚ ਲੋਕ ਨੇ, ਚਾਹੇ ਕੋਈ ਰੀਅਲ ਸਟੇਟ ਨਾਲ ਜੁੜੇ ਨੇ ਜਾਂ ਮੌਰਗੇਜ ਨਾਲ ਜੁੜੇ ਨੇ ਜਾਂ ਹੋਰ ਫਾਈਨੈਂਸ਼ੀਅਲ ਪਲੈਨਰ ਨੇ, ਕਈਆਂ ਦਾ ਉਹਨਾਂ ਦਾ ਆਪਣਾ ਇੰਟਰਸਟ ਹੁੰਦਾ। ਹਾਂਜੀ, ਇਸ ਕਰਕੇ ਉਹ ਇਹ ਆਸ ਲਗਾਤਾਰ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਨੇ ਗੱਲਬਾਤ ਰਾਹੀਂ ਕਿ ਬੜੀ ਜਲਦੀ ਅਗਲੇ ਸਾਲ ਇੰਟਰਸਟ ਰੇਟ ਘੱਟ ਜਾਣੇ, ਕਿਉਂਕਿ ਉਹਨਾਂ ਦਾ ਆਪਣਾ ਬਿਜ਼ਨਸ ਇੰਟਰਸਟ। ਕੋਈ ਮੈਜਿਕ ਨਹੀਂ ਗਾ ਜੀ ਉਹ 'ਚ, ਉਹਨਾਂ ਨੇ ਕੋਈ ਇਹੋ ਜਿਹੀ ਇੰਡੀਕੇਸ਼ਨ ਨਹੀਂ ਦਿੱਤੀ ਆਪਣੀ ਐਨੂਅਲ ਸਪੀਚ। ਉਹ ਕਹਿੰਦੇ ਵੀ ਮੈਂ ਰਿਸਕ ਬੇਸ ਅਪਰੋਚ ਹੀ ਰੱਖਣੀ ਆ, ਮੇਰਾ ਗੋਲ ਸਭ ਤੋਂ ਪਹਿਲਾਂ ਇਹ ਆ ਵੀ ਮੈਂ ਇਨਫਲੇਸ਼ਨ ਨੂੰ ਘਟਾਉਣਾ, ਕਿਉਂਕਿ ਜੇ ਇਨਫਲੇਸ਼ਨ ਨਹੀਂ ਘਟੂਗੀ ਤਾਂ ਆਮ ਬੰਦਾ ਵਾ ਜਿਹੜਾ ਉਹ ਇਸ ਤਰ੍ਹਾਂ ਹੀ ਇਫੈਕਟਡ ਰਹੂਗਾ। ਐਂਡ ਆਈ ਥਿੰਕ ਇਟਸ ਅ ਗੁੱਡ ਵੇ। ਅਤੇ ਉਹ ਕਹਿੰਦੇ ਵੀ ਮੈਂ ਇਕੋਨਮੀ ਨੂੰ ਸਟੈਬਲਾਈਜ਼ ਕਰਨਾ। ਐਂਡ ਅਗਰ ਉਹਨੂੰ ਪੂਰਾ ਸਾਲ ਲੱਗਦਾ ਤਾਂ ਪੂਰਾ ਸਾਲ ਲਾਉਣਗੇ। ਸੋ ਆਪਾਂ ਨੂੰ ਜੇ ਲੱਗ ਜਾ ਕਿ 5% ਇੰਟਰਸਟ ਰੇਟ ਜੀ ਬਹੁਤ ਜ਼ਿਆਦਾ ਵਾ, ਅਗਰ ਆਪਾਂ ਹਿਸਟੋਰੀਕਲੀ ਦੇਖੀਏ ਤਾਂ ਕੋਈ ਜ਼ਿਆਦਾ ਨਹੀਂ ਹੈ। ਦਿਸ ਵਾਜ਼ ਦ ਨਾਰਮਲ। ਇਹ ਆਪਾਂ ਗਿੱਝ ਗਏ ਸੀਗੇ ਵੀ ਇੰਨੇ ਥੋੜ੍ਹੇ ਇੰਟਰਸਟ ਰੇਟ, ਇਸ ਕਰਕੇ ਵੀ ਹੋ ਗਿਆ ਸੀ ਨਾ, ਘਰਾਂ ਦੀਆਂ ਪ੍ਰਾਈਸਿਸ ਇੰਨੀਆਂ ਜ਼ਿਆਦਾ ਨਹੀਂ ਰਹੀਆਂ ਪਹਿਲਾਂ। ਹਾਂਜੀ, ਪਹਿਲਾਂ ਨਹੀਂ ਸੀਗੀਆਂ ਇੰਨੀਆਂ ਜ਼ਿਆਦਾ। ਹੁਣ ਜਦੋਂ ਤੁਸੀਂ 1 ਮਿਲੀਅਨ ਦੇ ਉੱਤੇ 5% ਦੇ ਰਹੇ ਹੋ ਤਾਂ ਉਹ ਵੱਡੀ ਚੀਜ਼ ਬਣ ਜਾਂਦੀ, ਤਾਂ ਹਰਟ ਕਰਦਾ ਵਾ। ਹੁਣ ਲੈਟਸ ਸੀ, ਹੁਣ ਜਿਵੇਂ ਆਪਣੇ ਕੰਜ਼ਰਵੇਟਿਵ ਲੀਡਰ ਨੇ ਅੱਜ ਕਿਹਾ ਤੁਹਾਡੇ ਨਾਲ ਫੋਨ ਕਨਵਰਸੇਸ਼ਨ 'ਤੇ ਇੰਟਰਵਿਊ 'ਚ ਵੀ ਉਹਨਾਂ ਦੀ ਮੈਂਡੇਟ ਹੈਗੀ ਆ ਅਨਲਾਈਕ ਦੀ ਐਗਜ਼ਿਸਟਿੰਗ ਰਜੀਮ, ਕਿ ਉਹਨਾਂ ਨੇ ਮੋਰ ਫੈਡਰਲ ਲੈਂਡਸ ਨੂੰ ਓਪਨ ਅਪ ਕਰਨਾ ਵਾ। ਆਲਮੋਸਟ 6000 ਏਕਰਸ ਆਈ ਹਰਡ ਉਹਨਾਂ ਨੇ ਕਿਹਾ ਕਿ ਓਪਨ ਅਪ ਕਰਨਾ ਵਾ ਨਵੀਂ ਬਿਲਡਿੰਗਸ ਵਾਸਤੇ। ਐਂਡ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਇਸ ਚੀਜ਼ ਨਾਲ ਟਾਈ ਕਰਨਾ ਕਿ ਕਿੰਨੇ ਲੋਕ ਲਿਆ ਰਹੇ ਆ ਅਤੇ ਉਹਨਾਂ ਨੂੰ ਵਾਕਈ ਘਰਾਂ ਦੀ ਮਤਲਬ ਘਰ ਰਹਿਣ ਲਈ ਬਣ ਰਹੇ ਆ ਕਿ ਨਹੀਂ। ਐਂਡ ਉਹ ਕਹਿੰਦੇ ਵੀ ਮੈਂ ਬਹੁਤ ਜ਼ਿਆਦਾ ਇੰਪਟਸ ਦੇਣਾ ਵਾ ਕੰਸਟਰਕਸ਼ਨ ਵਾਸਤੇ, ਅਤੇ ਯਾਨੀ ਕਿ ਆਈ ਐਮ ਹੋਪਿੰਗ ਹੀ ਆਲਸੋ ਮੈਂਟ ਕਿ ਕੰਸਟਰਕਸ਼ਨ ਵਾਸਤੇ ਜਿਹੜੀ ਆਪਾਂ ਨੂੰ ਲੇਬਰ ਚਾਹੀਦੀ ਆ ਉਹਦੇ ਵੱਲ ਵੀ ਫੋਕਸ ਹੋਊਗਾ, ਕਿਉਂਕਿ ਕੰਸਟਰਕਸ਼ਨ ਹਵਾ 'ਚੋਂ ਤਾਂ ਹੋਣੀ ਨਹੀਂ, ਬੰਦਿਆਂ ਨਹੀਂ ਕਰਨੀ। ਗੱਲਾਂ ਸੁਣਨ ਨੂੰ ਤਾਂ ਸੋਹਣੀਆਂ ਲੱਗਦੀਆਂ, ਪਰ ਇਹ ਪਾਲਿਸੀਜ਼ ਕੀ ਆ ਪਿੱਛੇ, ਪਰ ਇਹ ਹੁਣ ਕਿਵੇਂ ਹੋਣਗੀਆਂ ਇਹ ਤੇ ਹਾਲੇ ਨਹੀਂ ਨਾ ਪਤਾ। ਇਹ ਆਪਾਂ ਨੂੰ ਕੁਝ ਨਹੀਂ ਪਤਾ ਹਜੇ। ਜਦੋਂ ਅਸੀਂ ਕੈਂਪੇਨ 'ਚ ਹੁੰਦੇ ਹਾਂ ਉਹ ਤਾਂ ਆਪਾਂ ਬਹੁਤ ਪ੍ਰੋਮਿਸਿਸ ਟੋਲ ਕਰਦੇ ਹਾਂ। ਹਾਂਜੀ, ਆਈ ਥਿੰਕ ਐਜ਼ ਕਾਮਨ ਪੀਪਲ ਐਂਡ ਈਅਰ ਐਂਡ ਆਈ ਰਿਫਲੈਕਟ ਕਰਨ ਦਾ ਟਾਈਮ ਆ ਕਿ ਅਗਲਾ ਸਾਲ ਕੀ ਹੁੰਦਾ। ਵੀ ਸ਼ੁੱਡ ਲਿਸਨ ਕੇਅਰਫੁਲੀ। ਅਗਰ ਆਪਣੇ ਗਵਰਨਰ ਆਫ ਕੈਨੇਡਾ ਨੇ, ਜਿਹੜੇ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ, ਹੀ ਇਜ਼ ਅ ਨਿਊਟਰਲ ਪਰਸਨ, ਉਹ ਪੋਲੀਟੀਸ਼ੀਅਨ ਨਹੀਂ ਹੈਗੇ। ਉਹ ਤੁਹਾਨੂੰ ਵਾਰਨ ਕਰ ਰਹੇ ਨੇ ਜਾਂ ਉਹ ਤੁਹਾਨੂੰ ਜੈਂਟਲੀ ਕਹਿ ਰਹੇ ਨੇ ਕਿ ਦੇਖੋ ਮੈਂ ਤਾਂ ਰਿਸਕ ਬੇਸ ਅਪਰੋਚ ਲੈਣੀ ਹੈ, ਮੈਂ ਤਾਂ 2% 'ਤੇ ਇਨਫਲੇਸ਼ਨ ਘਟਾ ਕੇ ਲੈ ਕੇ ਆਉਣੀ ਹੈ, ਹਜੇ ਹੋਈ ਨਹੀਂ ਗੀ, ਰਾਈਟ। ਅਤੇ ਦੈਟ ਮੀਨਸ indirectly he is saying ਕਿ interest rates will be what they are। and ਮਤਲਬ ਉਹਨਾਂ ਨੇ ਕੋਈ ਇੰਡੀਕੇਸ਼ਨ ਨਹੀਂ ਦਿੱਤੀ ਕਿ ਜੀ ਮੈਂ ਸੈਕਿੰਡ ਕੁਆਰਟਰ 'ਚ। ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਲੱਗਦਾ ਕਿ ਲੇਟਰ ਹਾਫ ਆਫ 2024 'ਚ ਜਿੱਥੇ ਅਸੀਂ ਲੈ ਕੇ ਜਾਣਾ ਚਾਹੁੰਦੇ ਹਾਂ ਉੱਥੇ ਤੱਕ ਸਾਨੂੰ ਉਮੀਦ ਹੈ ਕਿ ਪਹੁੰਚ ਜੂਗੀ। ਸੋ ਵੀ ਸ਼ੁੱਡ ਨਾਟ ਹੈਵ ਵੈਰੀ ਹਾਈ ਹੋਪਸ ਕਿ ਅਸਲ 'ਚ ਥੋੜ੍ਹੇ ਜਿਹੇ ਪੋਲੀਟੀਸ਼ੀਅਨਾਂ ਦੀ ਬੋਲੀ ਅਤੇ ਕਿਉਂਕਿ ਉਹ ਤਾਂ ਪ੍ਰੋਫੈਸ਼ਨਲ ਨੇ, ਹਾਂਜੀ, ਉਹਨਾਂ ਦੀ ਗੱਲਬਾਤ ਦਾ ਫਰਕ ਹੈ ਨਾ। ਜਿਹੜੇ ਪੋਲੀਟੀਸ਼ੀਅਨ ਨੇ ਉਹ ਤਾਂ ਪਬਲਿਕ ਸੈਂਟੀਮੈਂਟਸ ਨੂੰ ਰਿਸਪੌਂਡ ਕਰਦੇ ਨੇ ਕਿ ਜੀ ਈਵਨ ਜਿਹੜੇ ਪ੍ਰੀਮੀਅਰਸ ਨੇ ਲੈਟਰ ਵੀ ਲਿਖ ਦਿੱਤੀ ਸੀ, ਉਹਨਾਂ ਨੇ ਸਾਊਂਡ ਬਾਈਟਸ ਦੇਣੀਆਂ ਨੇ। ਦੁੱਖ ਨਹੀਂ ਬਣਦੀ ਪ੍ਰੀਮੀਅਰ ਦੀ ਵੱਲੋਂ ਲੈਟਰ ਲਿਖਣ ਦੀ। ਐਗਜ਼ੈਕਟਲੀ। ਤੇ ਪੋਲੀਟੀਸ਼ੀਅਨ ਤੇ ਪਬਲਿਕ ਸੈਂਟੀਮੈਂਟਸ ਨਾਲ ਪਲੇ ਕਰ ਰਿਹਾ, ਜਦ ਕਿ ਉਹਨਾਂ ਦੀਆਂ ਪਾਲਿਸੀਜ਼ ਕਰਕੇ ਇਹ ਸਿਚੁਏਸ਼ਨ ਕ੍ਰੀਏਟ ਹੋਈ ਹੈ। ਦੈਟ ਇਜ਼ ਟਰੂ। ਅਦਰਵਾਈਜ਼ ਜਿਹੜੀ ਇਨਫਲੇਸ਼ਨ ਹੈ, ਜਦੋਂ ਇਹ ਕੋਵਿਡ ਦੇ ਦਿਨ ਚੱਲ ਰਹੇ ਸੀ ਉਦੋਂ ਮੇਰੀ ਕੁਛ ਐਕਸਪਰਟਸ ਨਾਲ ਜਿਹੜੀ ਗੱਲ ਹੋਈ, ਉਹ ਉਦੋਂ ਕਹਿੰਦੇ ਸੀ ਆ ਜੋ ਕੁਛ ਹੁਣ ਹੋ ਰਿਹਾ, ਹਾਂਜੀ, ਇਹਦਾ ਨਤੀਜਾ ਇਹ ਹੋਣਾ ਕਿ ਇਨਫਲੇਸ਼ਨ ਬਹੁਤ ਵਧੇਗੀ ਅੱਗੇ ਜਾ ਕੇ। ਉਹੀ ਹੋਇਆ।
ਤੇ ਐਗਜ਼ੈਕਟਲੀ ਉਦਾਂ ਹੀ ਆਪਣੇ ਹੋਇਆ। ਇਕੋਨੋਮਿਸਟ ਨੇ ਜਿਨ੍ਹਾਂ ਨਾਲ ਤੁਸੀਂ ਜਿਹੜੇ ਤੁਸੀਂ ਲੈ ਕੇ ਆਉਂਦੇ ਹੁੰਦੇ ਆਪਣੇ ਸ਼ੋਅ ਦੇ ਉੱਤੇ, ਉਹਨਾਂ ਨੇ ਆਈ ਰਿਮੈਂਬਰ 2 ਸਾਲ ਪਹਿਲਾਂ ਹੀ ਕਿਹਾ ਸੀ ਵੀ ਜਿਸ ਤਰੀਕੇ ਨਾਲ ਪੈਸੇ ਵੰਡੇ ਜਾ ਰਹੇ ਨੇ, ਇੰਨੇ ਇੰਟਰਸਟ ਘੱਟ ਨੇ, ਲੋਕਾਂ ਨੇ ਕੀ ਕਰਨਾ, ਲੋਕਾਂ ਨੇ ਘਰ ਬੁੱਕ ਕਰਾਏ। ਓਬਵੀਅਸਲੀ ਇਨਵੈਂਟੋਰੀ ਦੀ ਆਪਾਂ ਨੂੰ ਪਤਾ ਡਿਮਾਂਡ ਸਪਲਾਈ ਦੀ ਪ੍ਰੋਬਲਮ ਆਪਣੇ ਕੰਟਰੀ 'ਚ ਆਲਵੇਜ਼ ਹੈਗੀ, ਓਨਟਾਰੀਓ 'ਚ ਸਪੈਸ਼ਲੀ, ਕਿਉਂਕਿ ਵਨ ਆਫ ਦ ਮੋਸਟ ਇਮੀਗ੍ਰੇਟਿਡ ਇਹ ਪ੍ਰੋਵਿੰਸਸ ਹੈ। ਤਾਂ ਲੋਕਾਂ ਨੇ ਘਰ ਡਬਲ ਟ੍ਰਿਪਲ ਬੁੱਕ ਕਰਨੇ ਸ਼ੁਰੂ ਕਰਤੇ ਐਜ਼ ਐਨ ਇਨਵੈਸਟਮੈਂਟ, ਰਾਈਟ। ਬੈਕ ਇਨ ਦ 70s, ਬੈਕ ਇਨ ਦ 80s ਰੀਅਲ ਇਸਟੇਟ ਵਾਜ਼ ਨਾਟ ਐਨ ਇਨਵੈਸਟਮੈਂਟ ਵਹੀਕਲ। ਅਗਰ ਕਿਸੇ ਕੋਲ ਘਰ ਹੁੰਦਾ ਸੀ ਉਹ ਬਹੁਤ ਵੱਡੀ ਗੱਲ ਸੀਗੀ ਕਿ ਮੇਰੇ ਕੋਲ ਆਪਦਾ ਘਰ ਆ। ਹੁਣ ਆਪਾਂ ਇਹ ਸੋਚਣ ਲੱਗ ਗਏ ਕਿ ਰਿਟਰਨ ਬਹੁਤ ਅੱਛਾ, ਜੋ ਕਿ ਗੱਲ ਵੀ ਸਹੀ ਆ ਕਿਉਂਕਿ ਇੰਟਰਸਟ ਰੇਟ ਬਹੁਤ ਘੱਟ ਆ ਅਤੇ ਮਤਲਬ ਆਪਣੇ ਐਪਰੀਸੀਏਟ ਬਹੁਤ ਕਰਦੇ ਆ ਘਰ। ਸੋ ਪੀਪਲ ਸਟਾਰਟਡ ਕੰਸੀਡਰਿੰਗ ਦੈਮ ਐਂਡ ਦੈਨ ਫ੍ਰੀ ਮਨੀ ਫਰਮ ਦ ਗਵਰਨਮੈਂਟ। ਘਰੇ ਬੈਠਿਆਂ ਨੂੰ ਤੁਹਾਨੂੰ ਪੈਸੇ ਮਿਲ ਰਹੇ ਜਿਨ੍ਹਾਂ ਨੂੰ ਤੁਸੀਂ ਹਜੇ ਵਾਪਸ ਕਰਨ ਦੀ ਕੋਈ ਲੋੜ ਨਹੀਂ ਹੈਗੀ, ਰਾਈਟ। ਸੋ ਆਲ ਦੋਜ਼ ਥਿੰਗਸ ਕੋਲੈਬੋਰੇਟਿਵਲੀ ਇਫੈਕਟਡ। ਅੱਛਾ, ਇਸੇ ਚੀਜ਼ ਨੂੰ ਜੇ ਆਪਾਂ ਜਿਓਪੋਲੀਟਿਕਲੀ ਇੰਟਰਨੈਸ਼ਨਲੀ ਦੇਖੀਏ, ਉਹ ਚੀਜ਼ਾਂ ਵੀ ਆਪਾਂ ਨੂੰ ਇਫੈਕਟ ਕਰਦੀਆਂ ਨੇ। ਹੁਣ ਜੋ ਆਪਣੇ ਆਇਲ ਦੇ ਪ੍ਰਾਈਸਿਸ ਦਾ ਕੈਨੇਡਾ ਤਾਂ ਨਹੀਂ ਕੰਟਰੋਲ ਕਰਦਾ, ਉਹ ਤਾਂ ਜੋ ਆਪਣੀ OPEC ਨੇਸ਼ਨਸ ਨੇ ਉਹ ਕੰਟਰੋਲ ਕਰਦੀਆਂ। ਐਨਰਜੀ ਦੀ ਡਿਮਾਂਡ ਆਪਣੇ ਕੋਲ ਹਜੇ ਇੰਨੀ ਹੈ ਨਹੀਂ ਕਿਉਂਕਿ ਆਪਣਾ ਮੈਨੂਫੈਕਚਰਿੰਗ ਇੰਨਾ ਪ੍ਰੋਮੀਨੈਂਟ ਨਹੀਂ ਹੈਗਾ। ਪਰ ਇਮੈਜਿਨ ਕਰੋ ਆਪਣੀ ਜਿਹੜੀ ਆ ਨਵੀਂ ਗਵਰਨਮੈਂਟ, ਮੈਂ ਨਵੀਂ ਗਵਰਨਮੈਂਟ ਆਲਰੇਡੀ ਕਹਿ ਰਹੀ ਹਾਂ, ਬਟ ਅਗਰ ਕੰਜ਼ਰਵੇਟਿਵ ਪਾਵਰ 'ਚ ਆ ਜਾਂਦੇ ਆ ਅਤੇ ਅਗਰ ਇਹਨਾਂ ਦੀ ਮੈਂਡੇਟ ਹੋ ਜਾਂਦੀ ਹੈ ਕਿ ਆਪਾਂ ਇਕੋਨਮੀ ਨੂੰ ਸ਼ਿਫਟ ਕਰਨਾ, ਮੈਨੂਫੈਕਚਰਿੰਗ ਵੱਲ ਲੈ ਕੇ ਜਾਣਾ, ਸਰਵਿਸ ਸੈਕਟਰ ਦੇ ਵਿੱਚੋਂ, ਤਾਂ ਆਪਣੀ ਐਨਰਜੀ ਦੀਆਂ ਨੀਡਸ ਵਧਣਗੀਆਂ। ਸੋ ਉਹ ਨੀਡਸ ਵਧਣਗੀਆਂ ਤਾਂ ਦੈਟ ਮੀਨਸ ਆਪਾਂ ਇੰਟਰਨੈਸ਼ਨਲ ਮਾਰਕੀਟ 'ਚ ਜਾ ਕੇ ਐਨਰਜੀ ਨੂੰ ਬਾਏ ਕਰਾਂਗੇ, ਜਾਂ ਫਿਰ ਆਪਾਂ ਜਿਹੜੇ ਆਪਣੇ ਕੋਲ ਨੈਚੁਰਲ ਰਿਸੋਰਸਿਸ ਨੇ, ਪੈਟਰੋਲੀਅਮ ਆ, ਉਹਨੂੰ ਆਪਾਂ ਰਿਫਾਈਨ ਕਰਨ ਲਈ ਕੁਛ ਕਰਾਂਗੇ। ਸੋ ਇਟ ਵਿਲ ਬੀ ਇੰਟਰਸਟਿੰਗ। ਹੁਣ ਜੋ ਵਾਰਸ ਲੱਗੀਆਂ ਹੋਈਆਂ ਨੇ ਇਜ਼ਰਾਈਲ 'ਚ ਜਾਂ ਯੂਕਰੇਨ 'ਚ, ਅਤੇ ਜਿਹੜਾ ਨੈਟੋ ਬਲੋਕ ਵਾ ਉਹਨਾਂ ਨੇ ਸੈਂਕਸ਼ਨਸ ਲਾਏ ਹੋਏ ਆ ਰਸ਼ੀਆ 'ਤੇ। ਹੁਣ ਰਸ਼ੀਆ 'ਚ ਵੀ ਇਲੈਕਸ਼ਨਸ ਹੋਣੀਆਂ ਅਗਲੇ ਸਾਲ, ਇੰਡੀਆ 'ਚ ਵੀ ਇਲੈਕਸ਼ਨਸ ਹੋਣੀਆਂ ਅਗਲੇ ਸਾਲ, ਯੂਨਾਈਟਿਡ ਸਟੇਟਸ 'ਚ ਵੀ ਇਲੈਕਸ਼ਨਸ ਹੋਣੀਆਂ। ਇਹ ਜਿਹੜੀਆਂ ਮੇਜਰ ਕੰਟਰੀਜ਼, ਮੇਜਰ ਇਕੋਨਮੀਜ਼ ਨੇ, ਇਹ ਕਿੱਦਾਂ ਆਪਣੀਆਂ ਪੋਲਿਸੀਜ਼ ਨੂੰ ਇਫੈਕਟ ਕਰਨਗੀਆਂ, ਅਲਟੀਮੇਟਲੀ ਉਹ ਵੀ ਆਪਣੇ 'ਤੇ ਅਸਰ ਕਰਨਗੀਆਂ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਥੈਂਕ ਯੂ। ਤੁਸੀਂ ਕਾਫੀ ਡੀਟੇਲ 'ਚ ਗੱਲਬਾਤ ਕੀਤੀ ਹੈ। ਜੋ ਸਾਲ ਲੰਘਿਆ, ਇਸ ਉਮੀਦ ਨਾਲ ਇਸ ਸਾਲ ਨੂੰ ਅਸੀਂ ਸਮੇਟੀਏ ਕਿ ਅਗਲਾ ਸਾਲ ਕੁਛ ਬਿਹਤਰ ਹੋਏ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸ਼ਮੀਲ ਜੀ।